ਅੱਜ ਬਾਅਦ ਦੁਪਹਿਰ ਪੰਜਾਬ ਦੀ ਸਿਆਸੀ ਫਿਜ਼ਾ ਤਲਖ ਹੋ ਜਾਂਦੀ ਹੈ ਜਦੋਂ ਮੁੱਖ ਮੰਤਰੀ ਇੱਕ ਟਵੀਟ ਕਰਕੇ 48 ਮੁਲਾਜ਼ਮਾਂ ਨੂੰ ਚੇਤਾਵਨੀ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਉਹ ਚੀਫ ਸੈਕਟਰੀ ਦੇ ਨਾਂ ਐਸਮਾ ਲਾਉਣ ਦੀ ਕਾਰਵਾਈ ਆਰੰਭ ਦਿੰਦੇ ਆ, ਅੱਗੇ ਤੋਰ ਦਿੰਦੇ ਆ। ਇਹ ਕਾਫੀ ਦੇਰ ਬਾਅਦ ਹੋ ਰਿਹਾ ਕਿ ਪੰਜਾਬ ਦੇ ਵਿੱਚ ਕਿਸੇ ਸਟ੍ਰਾਈਕ, ਕਿਸੇ ਹੜਤਾਲ ਦੇ ਨਜ਼ਰੀਏ ਤੋਂ ਐਸਮਾ ਲਾਗੂ ਕੀਤਾ ਜਾ ਰਿਹਾ। 1947 ਦਾ ਇਹ ਐਕਟ ਆ ਜਿਹੜਾ ਲਾਗੂ ਕੀਤਾ ਜਾ ਰਿਹਾ। ਇਹਦੇ ਵਿੱਚ ਸਰਵਿਸ ਬ੍ਰੇਕ ਤੋਂ ਲੈ ਕੇ ਹੋਰ ਵੀ ਕਾਫੀ ਪ੍ਰੋਵੀਜ਼ਨਸ ਨੇ। ਸਮਝਦੇ ਆ ਇਹ ਟਕਰਾਅ ਵੱਡਾ ਹੋਊਗਾ ਜਾਂ ਸੰਭਲ ਜਾਊਗਾ। ਹੜਤਾਲ ਅਨਾਉਂਸ ਕੀਤੇ ਮੁਲਾਜ਼ਮ ਜਿਨ੍ਹਾਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਸਟ੍ਰਾਈਕ ਤੇ ਜਾ ਰਹੇ ਆ, ਕਾਫੀ ਵੱਡੀ ਤਾਦਾਦ ਹੈ ਉਹਨਾਂ ਦੀ, ਕਾਫੀ ਅਹਿਮ ਪੋਸਟਾਂ ਨੇ ਔਰ ਰੈਵਨਿਊ ਦੇ ਨੇ, ਡੀਸੀ ਦਫ਼ਤਰਾਂ ਨਾਲ ਜੁੜੇ ਹੋਏ ਮਿਨਿਸਟਰੀਅਲ ਸਟਾਫ ਦੇ ਲੋਕ। ਔਰ ਇਹ ਹੁਣ ਇਸ ਚੇਤਾਵਨੀ ਦੇ ਮੂਹਰੇ, ਇਸ ਚੇਤਾਵਨੀ ਦੇ ਨਜ਼ਰੀਏ ਤੋਂ ਕਿਵੇਂ ਰਿਐਕਟ ਕਰਦੇ ਆ, ਨਜ਼ਰ ਰੱਖੀ ਜਾ ਰਹੀ ਹੈ। ਲੇਕਿਨ ਐਸਮਾ ਲਾਉਣ ਵਾਲੀ ਕਾਰਵਾਈ ਕਾਫੀ ਅਹਿਮ ਆ। ਦੂਜਾ ਮਾਮਲਾ ਵੀ ਕਾਫੀ ਤਲਖੀ ਵਾਲਾ ਹੈ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਾਂਗਰਸ ਦੇ ਸਿਰਕੱਢ ਆਗੂ ਨੇ ਔਰ ਸਾਬਕਾ ਡਿਪਟੀ ਸੀਐਮ ਨੇ, ਉਹਨਾਂ ਦੇ ਪੁੱਤਰ ਦੀ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ, ਗਨਮੈਨ ਸ਼ਾਮਲ ਨੇ ਉਹਦੇ ਵਿੱਚ। ਇਹਨੂੰ ਲੈਣਾ ਬੜਾ ਜ਼ਰੂਰੀ ਆ। ਇਹਦੇ ਕਈ ਕੋਣ ਨੇ। ਪਿਛਲੇ ਦਿਨਾਂ 'ਚ ਕਾਂਗਰਸ ਦੇ ਪ੍ਰਧਾਨ, ਜਿਹੜੀ ਜ਼ਿੰਮੇਵਾਰੀ ਵਾਲੀ ਪੋਸਟ ਮੰਨੀ ਜਾਂਦੀ ਆ, ਉਹਨਾਂ ਨੇ ਇਹਨੂੰ ਅੰਡੋਸ ਕੀਤਾ ਸੀ ਕਿ ਅਸੀਂ ਇਹ ਨਹੀਂ ਕਰਨਗੇ, ਹੋਰ ਕੌਣ ਕਰੇਗੀ ਇਸ ਉਮਰ ਦੇ ਵਿੱਚ ਜੇ ਇਹ ਨਹੀਂ ਕਰਨਗੇ। ਰਾਜਾ ਵੜਿੰਗ ਨਾਲ ਹੀ ਜੁੜਿਆ ਇੱਕ ਹੋਰ ਮਾਮਲਾ। ਸ਼੍ਰੋਮਣੀ ਅਕਾਲੀ ਦਲ ਦਾ ਸਵੇਰੇ ਇੱਕ ਖਬਰ ਵੱਡੀ ਹੁੰਦੀ ਗਈ ਕਿ ਉਹਨਾਂ ਨੂੰ INDIA ਵੱਲੋਂ, ਇੰਡੀਆ ਵੱਲੋਂ, ਗੱਠਜੋੜ ਵੱਲੋਂ ਕੋਈ ਸੱਦਾ ਹੈ। ਹਾਲਾਂਕਿ ਇਹਦੀ ਕੋਈ ਖਾਸ ਤਰ੍ਹਾਂ ਦੀ ਵਜੂਹਤ ਸਾਹਮਣੇ ਨਹੀਂ ਆਈ, ਇਹਦੇ ਸੰਬੰਧੀ ਕੋਈ ਪੁਸ਼ਟੀ ਤਾਂ ਨਹੀਂ ਹੋਈ ਕਿ ਕਿਹਨੇ ਦਿੱਤਾ ਤੇ ਕਿਵੇਂ ਹੋਇਆ। ਲੇਕਿਨ ਰਾਜਾ ਵੜਿੰਗ ਇਹਦੇ ਤੇ ਤੰਜ ਕੱਸਦੇ ਆ, ਵਿਅੰਗ ਕਰ ਰਿਹਾ। ਉਹ ਕਹਿੰਦੇ ਅਸੀਂ ਇਹਨਾਂ ਨੂੰ ਗੱਠਜੋੜ 'ਚ ਨਹੀਂ ਲੈਣਾ, ਇਹ ਮੁੱਲ ਵਧਾਉਣ ਲਈ ਕਰ ਰਹੇ ਆ, ਇਹ NDA ਦੇ ਵਿੱਚ ਆਪਣਾ ਮੁੱਲ ਵਧਾਉਣ ਲਈ ਕਰ ਰਹੇ ਆ ਤਾਂ ਕਿ ਇਹਨਾਂ ਦੀ ਜ਼ਮੀਨ ਮਿਲ ਜੇ। ਵੈਸੇ ਅਕਾਲੀ ਦਲ ਨੇ ਅੱਜ ਆਪਣੇ ਸੰਗਠਨ ਦੇ ਅਹਿਮ ਅਹੁਦੇਦਾਰ ਜਿਹੜੇ ਜ਼ਿਲ੍ਹਾ ਪ੍ਰਧਾਨ ਹੁੰਦੇ, ਇੱਕ ਲਿਸਟ ਜਾਰੀ ਕੀਤੀ ਆ ਔਰ ਉਹ ਲਿਸਟ ਬੜੀ ਅਹਿਮ ਆ। ਅਕਾਲੀ ਦਲ ਕੀ ਬਦਲ ਰਿਹਾ, ਕੀ ਪ੍ਰਧਾਨ ਸਾਹਿਬ ਕੁਝ ਨਵੇਂ ਲੋਕਾਂ ਨੂੰ ਮੌਕਾ ਦੇ ਰਿਹਾ, ਪੁਰਾਣੇ ਲੋਕ ਇਹਦੇ ਚੋਂ ਨਦਾਰਦ ਨੇ। ਅਕਸਰ ਮੰਤਰੀਆਂ ਦੇ ਅਸੀਂ ਮੋਢਿਆਂ ਤੇ ਟੈਗ ਵੇਖਦੇ ਰਹੇ ਜ਼ਿਲ੍ਹਾ ਜਥੇਦਾਰੀਆਂ ਦੇ। ਇਹ ਵੀ ਮਾਮਲਾ ਲੈਂਦੇ ਆ। ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ ਜ਼ਰੂਰ ਸਾਂਝ ਪਵਾਇਓ ਕਿ ਇੱਕ ਪੱਤਰ ਜਿਹਦੇ ਉੱਤੇ ਦਸਤਖਤ ਨੇ ਮੁੱਖ ਮੰਤਰੀ ਦੇ, ਇੱਕ ਨੋਟ ਰਾਦਰ ਉਹਦੇ ਉੱਤੇ ਦਸਤਖਤ ਨੇ ਮੁੱਖ ਮੰਤਰੀ ਦੇ ਔਰ ਉਹਦੇ ਚ ਐਸਮਾ ਲਾਉਣ ਦੀ ਗੱਲ ਹੈ, ਚੀਫ ਸੈਕਟਰੀ ਵੱਲ ਨੂੰ ਉਹ ਵਧਾਇਆ ਗਿਆ ਪੱਤਰ। ਪੰਜਾਬ ਦੇ ਵਿੱਚ ਦੇਰ ਬਾਅਦ ਇਸ ਤਰ੍ਹਾਂ ਦੀ ਕਵਾਇਦ ਆ ਕਿ ਇਹ ਟਕਰਾਅ ਟਲ ਜਾਊਗਾ ਜਾਂ ਤੁਹਾਨੂੰ ਲੱਗਦਾ ਕਿ ਇਹ ਕਾਫੀ ਵੱਡਾ ਹੋ ਸਕਦਾ? ਔਰ ਹੋਰ ਵੀ ਭਰਾਤਰੀ ਜਥੇਬੰਦੀਆਂ ਵੀ ਕਈ ਵਾਰੀ ਨਾਲ ਆ ਜਾਂਦੀਆਂ ਹੁੰਦੀਆਂ। ਕਿਸੇ ਵੇਲੇ ਲੋਕ ਇਹਨੂੰ ਈਗੋ ਦਾ ਸਵਾਲ, ਅਣਖ ਦਾ ਸਵਾਲ ਵੀ ਬਣਾ ਲੈਂਦੇ ਹੁੰਦੇ ਆ। ਮੁੱਖ ਮੰਤਰੀ ਆਪਣੇ ਲਫ਼ਜ਼ਾਂ ਤੇ ਕਾਇਮ ਰਹਿਣਗੇ ਕਿ ਉਹ ਕੋਈ ਸਖਤ ਕਾਰਵਾਈ ਕਰ ਪਾਉਣਗੇ ਜੇ ਸਟ੍ਰਾਈਕ ਨਹੀਂ ਟਲਦੀ? ਨੌਕਰੀ 'ਚ ਬ੍ਰੇਕ, ਸਸਪੈਂਸ਼ਨ ਵਰਗੀਆਂ ਜਿਹੜੀਆਂ ਗੱਲਾਂ ਉਹਦੇ ਵਿੱਚ ਕਹੀਆਂ ਗਈਆਂ ਨੇ, ਕੀ ਉਹ ਅਮਲ 'ਚ ਆ ਜਾਣਗੀਆਂ? ਇਨਕਲਾਬੀ ਸਰਕਾਰ ਦਾ ਪਹਿਲਾ ਵੱਡਾ ਇਨਕਲਾਬੀ ਫੈਸਲਾ, ਮੈਂ ਇਹਨੂੰ ਇਸ ਤਰੀਕੇ ਨਾਲ ਬਿਆਨ ਕਰੂੰਗਾ। ਇਹ ਸਰਕਾਰ ਸ਼ਹੀਦ ਭਗਤ ਸਿੰਘ ਦਾ ਨਾਂ ਤੇ ਉਹਨਾਂ ਦੇ ਨਾਂ ਦੇ ਨਾਅਰੇ ਲਾਉਂਦੀ ਹੈ ਕਿ ਜਿਹੜਾ ਅੱਜ ਇਹਨਾਂ ਨੇ ਇਹ ਇਨਕਲਾਬੀ ਕਦਮ ਚੁੱਕਿਆ ਹੈ, ਇਹ ਸ਼ਹੀਦ ਭਗਤ ਸਿੰਘ ਦੀ ਜਿਹੜੀ ਫਿਲਾਸਫੀ, ਇਨਕਲਾਬੀ ਫਿਲਾਸਫੀ ਹੈ, ਕਿ ਉਹ ਤੋਂ ਫਲੋ ਕਰਦਾ ਹੈ। ਸੋ ਪਹਿਲਾ ਇਸ਼ੂ ਤਾਂ ਇਹੀ ਹੈ। ਆਪਾਂ ਬਦਲਾਅ ਦੀ ਸਰਕਾਰ ਦੇ, ਬਦਲਾਅ ਦਾ ਨਾਅਰੇ ਤੇ ਸਰਕਾਰ ਬਣਾਈ ਸੀ ਇਹਨਾਂ ਨੇ, ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਹਰ ਦਫ਼ਤਰ 'ਚ ਲਾਈਆਂ ਹੈ। ਤੇ ਇਹ ਮੁੱਖ ਮੰਤਰੀ ਭਗਵੰਤ ਮਾਨ ਐਕਸਪਲੇਨ ਕਰਨਗੇ ਕਿ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਤੋਂ ਇਹ ਐਸਮਾ ਕਿਵੇਂ ਫਲੋ ਕਰਦਾ ਹੈ। ਐਂਟੀ ਪੀਪਲ ਇੱਕ ਡਰੈਕੋਨੀਅਨ ਮੇਜਰ ਹੈ ਜਿਹਦੇ ਨਾਲ ਸਰਕਾਰੀ ਇੰਪਲਾਈਜ਼ ਨੂੰ ਦਬਾਇਆ ਜਾਂਦਾ ਹੈ। ਰੈਵਨਿਊ ਡਿਪਾਰਟਮੈਂਟ ਦੇ ਇੰਪਲਾਈਜ਼ ਸਟ੍ਰਾਈਕ ਤੇ ਜਾ ਰਹੇ। ਇਹਨਾਂ ਨੇ ਸਵੇਰੇ ਟਵੀਟ ਕੀਤਾ ਕਿ ਇਹ ਲਫ਼ਜ਼ ਇਹ ਵਰਤਿਆ ਗਿਆ ਇਹਦੇ ਵਿੱਚ ਕਿ ਜਿਹੜੇ ਕਰਪਟ ਲੋਕ ਆ ਸਟ੍ਰਾਈਕ ਤੇ ਜਾ ਰਹੇ। ਇੱਕ ਤਾਂ ਸਾਰਿਆਂ ਨੂੰ ਤੁਸੀਂ ਪੇਂਟ ਕਰਤਾ ਜਿਹੜੇ ਸਟ੍ਰਾਈਕ ਤੇ ਜਾ ਰਹੇ ਵੀ ਸਾਰੇ ਕਰਪਟ ਹੈਗੇ। ਜੇ ਕਰਪਟ ਹੈਗੇ ਆ ਫਿਰ ਤੁਸੀਂ ਉਹਨਾਂ ਤੇ ਐਕਸ਼ਨ ਲਓ, ਜਿਹੜਾ ਡਿਪਾਰਟਮੈਂਟ ਇਲੈਕਸ਼ਨ ਲੈਣਾ ਹੈ ਤੇ ਉਹ ਕੀਤਾ ਜਾਵੇ, ਇਨਕੁਆਇਰੀ ਕੀਤੀ ਜਾਵੇ ਜੋ ਕੁਛ ਵੀ ਹੈਗਾ। ਤੇ ਜਦੋਂ ਸਟ੍ਰਾਈਕ ਤੇ ਲੋਕ ਜਾਣ ਤੇ ਉਦੋਂ ਤੁਸੀਂ ਐਸਮਾ ਲਾ ਦਿਓ ਤੇ ਫਿਰ ਪਹਿਲੀਆਂ ਸਰਕਾਰਾਂ ਤੇ ਹੁਣ ਦੀਆਂ ਸਰਕਾਰਾਂ ਦੇ ਵਿੱਚ ਫਰਕ ਕੀ ਰਹਿ ਗਿਆ? ਮੈਨੂੰ ਲੱਗਦਾ ਕਿ ਬੜੇ ਸਾਲ ਪਹਿਲਾਂ ਕਿਤੇ ਕੋਈ ਐਸਾ ਐਕਸ਼ਨ ਹੋਇਆ ਸੀ ਕਿ ਸਰਕਾਰ ਨੇ ਐਸਮਾ ਕਿਤੇ ਲਾਇਆ ਸੀਗਾ। ਨਾਰਮਲੀ ਛੇਤੀ ਕੀਤੀਆਂ ਸਟ੍ਰਾਈਕਸ ਦੇ ਵਿੱਚ ਇੰਪਲਾਈਜ਼ ਸਟ੍ਰਾਈਕ ਸੈਕਟਰੀਏਟ ਵੀ ਕਰਦੇ ਰਹਿੰਦੇ, ਕਦੇ ਐਸਮਾ ਕਦੇ ਛੇਤੀ ਕੀਤਿਆ ਨਹੀਂ ਲੱਗਦਾ। ਸੋ ਪਹਿਲਾ ਇਸ਼ੂ ਤਾਂ ਇਹ ਹੈ। ਤੇ ਇਹਦੇ ਨਾਲ ਹੁਣ ਜੇ ਬਾਕੀ ਇੰਪਲਾਈਜ਼ ਉਹਨਾਂ ਦੀ ਸਪੋਰਟ ਤੇ ਆਉਂਦੇ, ਨਾਰਮਲੀ ਇਹ ਹੁੰਦਾ ਕਿ ਜਦੋਂ ਇੱਕ ਸੈਕਸ਼ਨ ਇੰਪਲਾਈ ਦਾ
ਸਟ੍ਰਾਈਕ ਤੇ ਜਾਂਦਾ ਹੈ ਤੇ ਉਹਦੇ ਨਾਲ ਉਹਨਾਂ ਦੀ ਸਿੰਪਥੀ ਦੇ ਵਿੱਚ ਬਾਕੀ ਇੰਪਲਾਈਜ਼ ਵੀ ਆਪਣੇ ਢੰਗ ਤਰੀਕੇ ਦੇ ਨਾਲ ਕਈ ਵਾਰੀ ਉਹਨਾਂ ਦੀ ਸਪੋਰਟ ਤੇ ਆ ਜਾਂਦੇ ਆ। ਤੇ ਇਹ ਹੁਣ ਪਹਿਲੀ ਵਾਰ ਹੈ ਕਿ ਜਿਹੜੀ ਬਦਲਾਅ ਵਾਲੀ ਇਨਕਲਾਬੀ ਸਰਕਾਰ ਹੈ ਉਹ ਆਪਣੇ EMPLOYEES ਨਾਲ ਟਕਰਾਅ ਦੇ ਰਸਤੇ ਤੇ ਚੱਲ ਪਈ ਹੈ ਓਪਨਲੀ। ਇਹਦੇ ਰਿਜ਼ਲਟ ਹੌਲੀ ਹੌਲੀ ਦੇਖਣੇ ਕੀ ਹੁੰਦੇ ਹੈ ਕਿ ਜੇ ਅਸਫਲ ਆਤਾ ਇਹਦਾ ਮਤਲਬ ਬੜੀ ਸਿੱਧੀ ਹੈ, ਸਸਪੈਂਸ਼ਨ ਤਾਂ ਨਾਲ ਹੀ ਹੋ ਜਾਂਦੀ ਹੈ ਨਾ। ਜਿਹੜਾ ਵੀ ਸਟ੍ਰਾਈਕ ਤੇ ਜਾਏਗਾ ਉਹਦੇ ਖਿਲਾਫ ਐਕਸ਼ਨ ਇਮੀਡੀਏਟ ਹੈ, ਅਸਫਲ ਦਾ ਮਤਲਬ ਇਹ ਹੈ। ਸੋ ਕਿੰਨੇ EMPLOYEES ਦੇ ਖਿਲਾਫ ਹੁਣ ਐਕਸ਼ਨ ਹੋਏਗਾ ਤੇ ਅੱਗੇ ਫਿਰ EMPLOYEES ਕਿਵੇਂ ਰਿਐਕਟ ਕਰਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਸਪਸ਼ਟ ਹੋ ਜਾਏਗੀ। ਲੇਕਿਨ ਜਿਸ ਢੰਗ ਨਾਲ ਇਸ ਸਟ੍ਰਾਈਕ ਨੂੰ ਇਹਨਾਂ ਨੇ ਡੀਲ ਕਰਨ ਦਾ ਫੈਸਲਾ ਕੀਤਾ ਹੈ ਉਹਦੇ ਵਿੱਚ ਜਿਹੜੀ ਬਦਲਾਅ ਵਾਲੀ ਸਰਕਾਰ ਹੈ ਇਹਦੀ ਫੰਕਸ਼ਨਿੰਗ ਤੇ ਇਹਨਾਂ ਦੀ ਸੋ ਕਾਲਡ ਇਨਕਲਾਬੀ ਸੋਚ ਤੇ ਇਹ ਕੁਐਸਚਨ ਮਾਰਕ ਲੱਗ ਗਿਆ। ਹੁਣ ਇਹਨਾਂ ਨੂੰ ਮੇਰੇ ਖਿਆਲ ਭਗਤ ਸਿੰਘ ਦੀਆਂ ਫੋਟੋਆਂ ਆਪਣੇ ਦਫ਼ਤਰਾਂ 'ਚ ਲਾ ਦੇਣੀਆਂ ਚਾਹੀਦੀਆਂ। ਤੁਸੀਂ ਇੱਕ ਸਵਾਲ ਜਿਹੜਾ ਸਭ ਤੋਂ ਪਹਿਲਾਂ ਰੱਖਿਆ, ਮੈਂ ਥੋੜਾ ਜਿਹਾ ਉਹਦੇ 'ਚ ਕਲੈਰਿਟੀ ਕਰਦੇ ਆ। ਜਿੱਥੇ ਜ਼ਿਕਰ ਹੋਇਆ ਕਿ ਸਾਰਿਆਂ ਨੂੰ ਇਹਨਾਂ ਨੇ ਕਰਪਟ ਕਿਹਾ, ਮੈਂ ਜੇ 2 ਲਾਈਨਾਂ ਉਹਦੀਆਂ ਪੜ੍ਹਦੇ ਆ, ਉਹ ਕਹਿੰਦੇ ਜਾਣਕਾਰੀ ਮੁਤਾਬਕ ਪਟਵਾਰੀ ਕਾਨੂੰਗੋ ਕਿਸੇ ਰਿਸ਼ਵਤ ਮਾਮਲੇ 'ਚ ਫਸੇ ਆਪਣੇ ਇੱਕ ਸਾਥੀ ਦੇ ਹੱਕ 'ਚ ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ 'ਚ ਕਲਮ ਛੋੜ ਹੜਤਾਲ ਕਰਨਗੇ। ਮਤਲਬ ਉਹਨਾਂ ਨੇ ਸਾਰਿਆਂ ਨੂੰ ਨਹੀਂ ਕਿਹਾ, ਉਹਨਾਂ ਨੇ ਕਿਹਾ ਕਿ ਕਰੈਕਟ ਕਰ ਲਓ। ਹਾਂ, ਮੇਰੀ ਇੰਟਰਪ੍ਰੀਟੇਸ਼ਨ ਕਿਤੇ ਸੀਗੀ ਕਿ ਸ਼ਾਇਦ ਮੈਂ ਗਲਤ ਪੜ੍ਹ ਗਿਆ ਹਾਂ। ਹਾਂਜੀ, ਨਹੀਂ ਚਲੋ ਬਈ ਇਹ ਕਰਪਟ EMPLOYEES ਹੈਗੇ ਹੈ। ਹਾਂਜੀ, ਲੇਕਿਨ ਸਵਾਲ ਇੱਥੇ ਇਸ ਗੱਲ ਦਾ ਉੱਠਦਾ ਹੈ ਕਿ ਕੀ EMPLOYEES ਦਾ ਰਾਈਟ ਹੈ ਸਟ੍ਰਾਈਕ ਕਰਨ ਦਾ ਜਾਂ ਨਹੀਂ? ਸੰਵਿਧਾਨ ਜਾਂ ਉਹਨਾਂ ਦੇ ਸਰਵਿਸ ਰੂਲਸ ਉਹਨਾਂ ਨੂੰ ਇਸ ਤਰ੍ਹਾਂ ਦੀ ਯੂਨੀਅਨ ਬਣਾਉਣ ਲਈ ਤੇ ਫਿਰ ਆਪਣੇ ਹੱਕ ਲੈਣ ਲਈ ਕਿਸੇ ਤਰ੍ਹਾਂ ਦੀ ਹੜਤਾਲ ਤੇ ਜਾਣ ਦੀ ਪਰਮਿਸ਼ਨ ਦਿੰਦੇ ਆ ਕਿ ਨਹੀਂ? ਦੂਜੀ ਜਦੋਂ ਇਹ ਬਹਿਸ ਚੱਲ ਰਹੀ ਹੈ, ਤੁਸੀਂ ਜਿਹੜਾ ਦੂਸਰਾ ਇਸ਼ੂ ਰੇਜ਼ ਕੀਤਾ ਕਿ ਹੱਕ ਹੈ ਕਿ ਨਹੀਂ, ਇਹ ਸਾਰੀ ਦੁਨੀਆ ਦੇ ਵਿੱਚ EMPLOYEES ਨੂੰ ਹੱਕ ਹੈ ਕਿ ਉਹ ਆਪਣੀ ਆਵਾਜ਼ ਉਠਾਉਣ ਵਾਸਤੇ ਆਪਣਾ ਪਲੇਟਫਾਰਮ ਬਣਾਉਣ, ਇਹ ਲੀਗਲੀ ਅਲਾਉਡ ਹੈ। ਦੂਜੀ ਗੱਲ ਇਹ ਵੀ ਹੈ ਕਿ ਇੱਕ ਸਵਾਲ ਸੋਸ਼ਲ ਮੀਡੀਆ ਤੇ ਉੱਠ ਰਿਹਾ, ਮੁੱਖ ਮੰਤਰੀ ਔਰ ਉਹਨਾਂ ਦੀ ਪੂਰੀ ਪਾਰਟੀ ਸੋਸ਼ਲ ਮੀਡੀਆ ਦੀ ਦੇਣ ਆ ਔਰ ਇੱਥੋਂ ਹੀ ਕੰਪੇਨ ਚੱਲਦੀ ਰਹੀ ਆ ਤੇ ਅੱਜ ਵੀ ਉੱਥੋਂ ਕੰਪੇਨ ਕਾਊਂਟਰ ਵੀ ਤੇ ਚਲਾਈ ਵੀ ਉੱਥੋਂ ਹੀ ਜਾਂਦੀ, ਕਾਊਂਟਰ ਵੀ ਉੱਥੋਂ ਹੀ ਕੀਤੀ ਜਾਂਦੀ ਆ ਇਸ ਪਾਰਟੀ ਵੱਲੋਂ। ਜਦੋਂ ਉੱਥੇ ਇੱਕ ਮਾਮਲਾ ਅੱਗੇ ਵੱਧ ਰਿਹਾ ਕਿ ਜਦੋਂ ਤਹਿਸੀਲਦਾਰ ਜਾਂ PCS ਜਾਂ ਹੋਰ ਵੱਡੇ ਲੋਕ ਸਟ੍ਰਾਈਕ ਤੇ ਜਾਂਦੇ ਆ ਤਾਂ ਉਦੋਂ ਇਸ ਤਰ੍ਹਾਂ ਦੇ ਫੈਸਲੇ ਕਿਉਂ ਨਹੀਂ ਹੁੰਦੇ? ਸਰਦਾਰ ਹਰਮੀਤ ਸਿੰਘ ਜੀ, ਸਾਨੂੰ ਗਵਰਨਮੈਂਟ ਦੇ ਇਸ ਫੈਸਲੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਉਹ ਨਜਾਇਜ਼ ਸਟ੍ਰਾਈਕਾਂ ਕਰਨ ਵਾਲਿਆਂ ਦੇ ਖਿਲਾਫ ਲੱਤ ਡਾ ਕੇ ਖਲੋਣ ਜੋਗਿਆ, ਨਹੀਂ ਤੇ ਸਰਕਾਰਾਂ ਡਰ ਜਾਂਦੀਆਂ ਹੁੰਦੀਆਂ। ਪਰ ਇਹਦੇ 'ਚ ਬੁਨਿਆਦੀ ਸਵਾਲ ਆ ਕਿ ਕੀ ਤੁਸੀਂ ਉਹਨਾਂ ਨੂੰ ਇੱਕ ਤੋਂ ਵੱਧ ਵਾਰੀ ਸਮਾਂ ਦੇ ਕੇ ਸੁਣ ਲਿਆ? ਸੁਣਨ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਇਹ ਉਹਨਾਂ ਦੀਆਂ ਹੱਕੀ ਮੰਗਾਂ ਨਹੀਂ, ਇਹ ਨਜਾਇਜ਼ ਮੰਗਾਂ ਨੇ? ਕਰਪਸ਼ਨ ਵਾਲੇ ਮਾਮਲੇ ਨੂੰ ਛੱਡ ਲਓ, ਲੇਕਿਨ ਜਿੱਥੇ ਉਹਨਾਂ ਨੇ ਨਿੱਜੀ ਮੰਗਾਂ, ਡੀਸੀ ਦਫ਼ਤਰਾਂ ਦੇ EMPLOYEES ਦੀ ਗੱਲ ਕੀਤੀ ਵੀ ਨਿੱਜੀ ਮੰਗਾਂ ਲਈ, ਕੀ ਤੁਸੀਂ ਕੈਟੇਗੋਰੀਕਲੀ ਇਹ ਮੈਂਸ਼ਨ ਕਰ ਸਕੋਗੇ ਕਿ ਇਹ ਨਿੱਜੀ ਮੰਗਾਂ ਨੇ? ਕਿਉਂਕਿ ਨਿੱਜੀ ਮੰਗਾਂ ਕਿਉਂ ਹੋਣਗੀਆਂ? ਇੱਕ ਵਿਅਕਤੀ ਵਿਸ਼ੇਸ਼ ਦੀ ਮੰਗ ਨਹੀਂ ਹੋਊਗੀ, ਮੰਗ ਤਾਂ ਸਮੁੱਚੇ ਰੂਪ 'ਚ ਹੋਣਗੀਆਂ ਨਾ ਜੀ। ਅਸਲ ਦੇ ਵਿੱਚ ਮਾਮਲਾ ਇਹ ਹੈ ਕਿ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਕੋਈ ਤਰੀਕਾਕਾਰ ਹੈ ਸੰਘਰਸ਼ ਦਾ ਜਾਂ ਬਾਕੀ ਨੇ ਜਾਂ ਆਪਣੀਆਂ ਮੰਗਾਂ ਮਨਵਾਉਣ ਦਾ, ਇਹ ਤਾਂ ਹੈ ਫੰਡਾਮੈਂਟਲ ਰਾਈਟ। ਫੰਡਾਮੈਂਟਲ ਰਾਈਟ ਦੇ ਲਈ ਜਿਹੜਾ ਆਰਟੀਕਲ 19 ਹੈ, ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਵੀ ਹੈ, ਜਿਹੜਾ ਆਰਗੇਨਾਈਜੇਸ਼ਨ ਬਣਾਉਣ ਦੀ ਰਾਈਟ ਵੀ ਦਿੰਦਾ ਤੇ ਬਾਕੀ ਸਾਰੀਆਂ ਨੇ। ਇਕੱਲਾ ਕਾਨੂੰਨ ਦਾ ਕੁਐਸਚਨ ਵੀ ਨਹੀਂ ਹੈ, ਇਹ ਕਨਸਟੀਟਿਊਸ਼ਨ ਦਾ ਕੁਐਸਚਨ ਹੈ। ਕਿਸੇ ਬੰਦੇ ਨੂੰ ਪੀਸਫੁਲ ਤਰੀਕੇ ਨਾਲ ਇਕੱਠ ਕਰਨ ਦਾ ਤੇ ਉਹਨਾਂ ਨੂੰ ਆਪਣਾ ਸੰਗਠਨ ਬਣਾਉਣ ਦਾ ਤੇ ਲਾਅ ਦੇ ਅਕੋਰਡਿੰਗਲੀ ਆਪਰੇਟ ਕਰਨ ਦਾ ਮਾਮਲਾ। ਹੁਣ ਜਿਹੜਾ ਸਵਾਲ ਹੈਗਾ ਕਿ ਇਹ EMPLOYEE ਜਿਹੜੇ ਸਟ੍ਰਾਈਕ ਤੇ ਜਾ ਰਹੇ ਨੇ, ਉਹਦੇ 'ਚ ਇੱਕ ਬਕਾਇਦਾ ਪ੍ਰੋਸੀਜਰ ਦਿੱਤਾ ਹੋਇਆ ਟ੍ਰੇਡ ਯੂਨੀਅਨ ਸੈਟਅਪ ਦਾ। ਟ੍ਰੇਡ ਯੂਨੀਅਨ ਹਮੇਸ਼ਾ ਮਤਲਬ ਰਜਿਸਟਰਡ ਨੇ ਜ਼ਿਆਦਾਤਰ, ਔਰ ਉਹ ਰਜਿਸਟ੍ਰੇਸ਼ਨ ਦੇ ਤਹਿਤ ਉਸ ਐਕਟ ਦੇ ਤਹਿਤ ਬਕਾਇਦਾ ਪ੍ਰੋਵੀਜ਼ਨ ਕਿ ਕਿੰਨੇ ਦਿਨ ਪਹਿਲਾਂ ਤੁਸੀਂ ਹੜਤਾਲ ਜੇ ਕਰਨੀ ਹੈ ਤੇ ਨੋਟਿਸ ਦੇਣਾ ਜ਼ਰੂਰੀ ਹੈ, ਕਿੰਨੇ ਦਿਨ ਪਹਿਲਾਂ ਜੇ ਧਰਨਾ ਦੇਣਾ ਤਾਂ ਤੁਹਾਨੂੰ ਨੋਟਿਸ ਦੇਣਾ ਜ਼ਰੂਰੀ ਹੈ। ਉਹ ਸਾਰੇ ਨੋਟ ਕੀ ਉਹ ਪ੍ਰੋਸੀਜਰ ਦੇ ਤਹਿਤ ਅਡਾਪਟ ਕਰਕੇ ਉਨੇ ਦਿਨ ਦਾ ਨੋਟਿਸ ਦੇ ਕੇ ਆਪਣੀ ਹੜਤਾਲ ਤੇ ਜਾ ਰਹੇ ਨੇ ਜਾਂ ਅਚਨਚੇਤ ਹੜਤਾਲ ਤੇ ਜਾ ਰਹੇ ਨੇ? ਅਚਨਚੇਤ ਹੜਤਾਲ ਦਾ ਲਾਅ ਕਿੰਨਾ ਕਿ ਇੰਪਲੀਮੈਂਟ ਹੁੰਦਾ ਕਿ ਕੀ ਹੈ, ਉਹ ਅਲੱਗ ਵੱਖ-ਵੱਖ ਉਹਦੇ ਕਲੌਜ਼ਰ ਜਿਹਨੇ ਕਿਹੜੇ ਮੁੱਦੇ ਤੇ ਕਿਹੋ ਜਿਹੀ ਹੜਤਾਲ ਕਿਸ ਹੋ ਸਕਦੀ ਹੈ। ਹੁੰਦਾ ਨਾਰਮਲੀ ਇਹ ਹੈ ਕਿ ਜਦੋਂ ਨੋਟਿਸ ਦਿੱਤਾ ਜਾਂਦਾ ਗਵਰਨਮੈਂਟਾਂ ਨੂੰ ਕਿ ਅਸੀਂ ਇੰਨੇ ਤਰੀਕ ਤੋਂ ਫਿਰ ਹੜਤਾਲ ਤੇ ਜਾਵਾਂਗੇ ਜੇ ਤੁਸੀਂ ਗੱਲ ਨਹੀਂ ਕਰਦੀਆਂ, ਤਾਂ ਸਰਕਾਰਾਂ ਕਿਸੇ ਨਾ ਕਿਸੇ ਤਰੀਕਾਕਾਰ ਦੇ ਨਾਲ ਉਸ ਹੜਤਾਲ ਤੱਕ ਕਈ ਮੀਟਿੰਗਾਂ ਕਰਦੇ ਨੇ, 1 ਦਿਨ ਪਹਿਲਾਂ ਵੀ, 2 ਦਿਨ ਪਹਿਲਾਂ ਵੀ, 4 ਦਿਨ ਪਹਿਲਾਂ ਵੀ। ਬੜੇ ਸੋਰਸਸ ਹੁੰਦੇ ਨੇ ਜਿਹੜੇ ਆਪਰੇਟ ਕਰਦੇ ਨੇ ਤਾਂ ਕਿ ਉਹ ਟਲ ਜੇ ਸਾਰਾ ਕੁਝ ਤੇ ਹੱਲ ਹੋ ਜਾਏ ਐਮੀਕੇਬਲੀ ਆਪ। ਫਿਰ ਹੜਤਾਲ ਹੁੰਦੀ ਹੈ। ਹੜਤਾਲ ਹੋਣ ਤੋਂ ਬਾਅਦ ਵੀ
ਜਿਹੜਾ ਐਸਮਾ ਕਦੋਂ ਲਾਉਣਾ ਹੈ, ਕਦੋਂ, ਉਹ ਉਦੋਂ ਸਰਕਾਰ ਡਿਸਾਈਡ ਕਰਦੀ ਹੈ। ਇੱਥੇ ਮਹੀਨਾ ਮਹੀਨਾ ਵੀ ਹੜਤਾਲਾਂ ਹੋਣ ਜਾਂ 2-2 ਮਹੀਨੇ 3-3 ਮਹੀਨੇ ਤੱਕ ਵੀ ਚੱਲ ਜਾਂਦਾ ਕੰਮ ਕਈ ਵਾਰ ਕਈ ਮਾਮਲਿਆਂ ਦੇ ਵਿੱਚ। ਜਿਵੇਂ ਯੂਪੀ ਦੇ ਵਿੱਚ ਜਿਹਨਾਂ ਦੀ ਹੜਤਾਲ, ਜਿਹੜਾ ਬਿਜਲੀ ਬੋਰਡ ਇੰਜੀਨੀਅਰ 3 ਮਹੀਨੇ ਚੱਲੀ ਟੋਟਲੀ ਐਸਮਾ। ਉਦੋਂ ਉਹਨਾਂ ਦਿਨਾਂ ਦੇ ਵਿੱਚ ਐਸਮਾ ਕਿਸੇ ਖਾਸ ਉਹਦੇ ਤੇ ਜਾ ਕੇ ਵੀ ਹੁਣ ਬਿਲਕੁਲ ਹੀ ਖਤਮ ਹੋ ਗਿਆ, ਕੋਈ ਨੈਗੋਸ਼ੀਏਸ਼ਨ ਨਹੀਂ, ਇੱਕ ਦੂਜੇ ਦੇ ਖਿਲਾਫ ਦੁਸ਼ਮਣਾਨਾ ਤਰੀਕੇ ਨਾਲ ਖੜ ਗਏ। ਜੋ ਹੁੰਦਾ ਆਰ ਪਾਰ ਦੀ ਲੜਾਈ ਹੈ, ਉਸ ਆਰ ਪਾਰ ਦੀ ਲੜਾਈ ਦੇ ਵਿੱਚੋਂ ਫਿਰ ਗਵਰਨਮੈਂਟ ਉਹ ਜਿਹੇ ਡਿਸੀਜਨ ਲੈਂਦੀ ਹੈ। ਇਹ ਪਹਿਲਾ ਡਿਸੀਜਨ ਨਹੀਂ ਹੁੰਦਾ, ਇਹ ਬ੍ਰਹਮਾਸਤਰ ਮੰਨਿਆ ਜਾਂਦਾ ਗਵਰਨਮੈਂਟ ਦਾ ਸਭ ਤੋਂ ਸਖਤ ਡਿਸੀਜਨ। ਜੇ ਉਹਨੂੰ ਪਹਿਲਾਂ ਹੀ ਚਲਾ ਦੋ, ਪਹਿਲੀ ਫੁੱਲ ਝੜੀ ਦੀ ਚਲਾ ਦੋ, ਮਤਲਬ ਵੱਡੀ ਰਸਤੇ 'ਚ ਵਿਚਾਲੇ ਕੁਝ ਹੈ ਹੀ ਨਹੀਂ। ਇਹ ਇੱਕ ਦੱਸਦਾ ਸਰਕਾਰ ਦੀ ਕਾਰਗੁਜ਼ਾਰੀ 'ਚ ਕਿ ਰਸਤੇ ਦੇ ਵਿੱਚ ਅਸਲ ਦੇ ਵਿੱਚ ਤੁਹਾਡੇ ਕੋਲ ਉਹ ਜਿਹੜੇ ਚੈਨਲ ਹੁੰਦੇ ਨੇ ਦੂਜੇ, ਜਿਹੜੇ ਜਿਨ੍ਹਾਂ ਨਾਲ ਮਾਮਲਾ ਹੱਲ ਹੋਣਾ ਹੁੰਦਾ ਹੈ, ਉਹ ਬਿਊਰੋਕਰੇਟ। ਜੇ ਕਿਸਾਨਾਂ ਨਾਲ ਜਾ ਕੇ ਪੁਲਿਸ ਵਾਲੇ ਡੀਲ ਕਰਦੇ ਨੇ ਸਾਰੇ ਮਾਮਲੇ, ਮੁਲਾਜ਼ਮਾਂ ਨਾਲ ਵੀ ਭੇਜ ਦਿਓ ਭਾਈ ਸਾਹਿਬ, ਉੱਥੇ ਵੀ ਆਈਜੀਡੀ ਕੋਈ ਹੋਣਗੇ ਤੁਹਾਡੇ ਕੋਲ, ਏਡੀਜੀਪੀ ਰੱਖੇ ਹੋਏ, ਨੈਗੋਸ਼ੀਏਸ਼ਨ ਤਾਂ ਚਲਾਓ। ਜੇ ਸਿਵਲ ਅਧਿਕਾਰੀ ਨਹੀਂ ਹੈ ਉਸ ਪੱਧਰ ਦੇ ਉੱਤੇ ਕਿ ਜਿਹੜੇ ਜਾ ਕੇ ਗੱਲ ਕਰਨ, ਉਹ ਤਾਂ ਉਹਨਾਂ ਦੇ ਨਾਲ ਹੀ ਉਹ 'ਚ ਨੇ। ਔਰ ਜੇ ਕਰਪਸ਼ਨ ਦਾ ਸਵਾਲ ਹੈ, ਕਰਪਸ਼ਨ ਕੱਲਾ ਪਟਵਾਰੀ, ਕੱਲਾ ਕਾਨੂੰਗੋ, ਕੱਲਾ ਤਹਿਸੀਲਦਾਰ ਦੀ ਹੈਸੀਅਤ ਹੈ। ਜੇ ਉੱਪਰ ਤੱਕ ਨਹੀਂ ਜਾਂਦਾ, ਕਿਤੇ ਆਲੇ ਦੁਆਲੇ ਕਿਤੇ ਨਾ ਕਿਤੇ ਹਿੱਸਾ ਪੱਤੀ ਸਿਰੇ ਤੱਕ ਨਹੀਂ ਪਹੁੰਚਦੀ। ਲੋਕ ਤਾਂ ਕਹਿੰਦੇ ਨੇ ਪਤਾ ਨਹੀਂ ਐਫਸੀਆਰ ਤੇ ਅੱਗੇ ਮੰਤਰੀਆਂ ਤੱਕ ਅੱਦੇ ਤੱਕ ਤਾਂ ਹੀ ਚੱਲ ਸਕਦਾ, ਨਹੀਂ ਤਾਂ ਚੱਲਣਾ ਬੜਾ ਮੁਸ਼ਕਲ ਕੰਮ ਹੈ। ਤੇ ਇਦੋਂ ਪਹਿਲਾਂ ਹੀ ਕਿਉਂ ਫੈਸਲੇ ਨਹੀਂ ਹੁੰਦੇ ਕਰਪਟ ਅਧਿਕਾਰੀਆਂ ਦੇ ਖਿਲਾਫ, ਜਾਂਚ ਕਰਕੇ, ਇੰਟਰਨਲ ਡਿਪਾਰਟਮੈਂਟ ਨਾਲ ਇਨਕੁਆਰੀਆਂ ਕਰਕੇ, ਜੇਕਰ ਉਹ ਕਰਪਟ ਨੇ ਤਾਂ ਹਰ ਡਿਪਾਰਟਮੈਂਟ ਆਪਣੀ ਫੰਕਸ਼ਨਿੰਗ ਕਰੇ, ਆਪੋ ਆਪਣੇ ਕਰਪਟ ਬੰਦੇ ਲੱਭੇ ਤੇ ਫੇਰ ਹੀ ਉਹ ਹੋਏਗਾ। ਇੱਥੇ ਤਾਂ ਉਲਟਾ ਕਹਿੰਦੇ ਨੇ ਵੀ ਜੇ ਇੱਕ ਚੇਨ ਦੇ ਵਿੱਚ ਕੋਈ ਆਨੈਸਟ ਆਦਮੀ ਆ ਜਾਏ ਨਾ, ਇਹਨੂੰ ਕਿਵੇਂ ਦੂਰ ਕਰਨਾ, ਇਹਨੂੰ ਕਿਵੇਂ ਭਜਾਈਏ ਇੱਧਰ ਉੱਧਰੋਂ, ਤੇ ਉਹ ਚੇਨ ਦੀ ਕੜੀ ਜੁੜੀ ਰਹਿਣੀ ਚਾਹੀਦੀ ਹੈ, ਤਾਂ ਉਹ ਇੱਕ ਕੰਮ ਚੱਲਦਾ ਨਾਰਮਲੀ। ਹੁਣ ਇੱਕ ਗੱਲ ਤਾਂ ਇਸ ਐਂਗਲ ਤੋਂ ਇਹਨੂੰ ਦੇਖਿਆ ਜਾਏਗਾ ਕਿ ਤੁਸੀਂ ਉਹ ਪ੍ਰੋਸੀਜਰ ਗਵਰਨਮੈਂਟ ਦਾ ਫੋਲੋ ਕਰਦੇ ਹੋ ਕਿ ਨਹੀਂ। ਦੂਜਾ, ਇਸੇ ਗਵਰਨਮੈਂਟ ਦੀ ਪੁਰਾਣੀ 1.25 ਸਾਲ ਦੀ ਪ੍ਰੈਕਟਿਸ ਕੀ ਹੈ? ਪ੍ਰੈਕਟਿਸ ਇਹ ਹੈ ਕਿ ਜਦੋਂ ਤਹਿਸੀਲਦਾਰਾਂ ਨੇ ਕਿਹਾ ਅਸੀਂ ਹੜਤਾਲ ਤੇ ਜਾਂਦੇ ਆ, ਉਦੋਂ ਤੁਸੀਂ ਪਿੱਛੇ ਹਟ ਗਏ, ਉਦੋਂ ਉਹ ਬੰਦੇ ਵੀ ਛੱਡੇ ਤੇ ਬਾਕੀ ਚੀਜ਼ਾਂ ਕੀਤੀਆਂ। ਜਦੋਂ ਆਈਏਐਸ ਅਫਸਰਾਂ ਨੇ ਕਿਹਾ, ਇੱਕ ਆਈਏਐਸ ਦੇ ਰੇਡ ਹੁੰਦੀ ਹੈ ਤੇ ਗ੍ਰਿਫਤਾਰੀ ਹੁੰਦੀ ਹੈ ਜਾਂ ਉਸ ਪੱਧਰ ਦੇ ਉੱਤੇ, ਤੇ ਜਾਂ ਕਿਸੇ ਦੇ ਜੇ ਨਾਮ ਹੀ ਆਉਂਦੇ ਨੇ ਅਸੀਂ ਇਹ ਕਰਾਂਗੇ, ਤੇ ਜਦੋਂ ਉਹ ਹੜਤਾਲ ਤੇ ਜਾਣ ਲੱਗਦੇ ਨੇ ਤੇ ਚੀਫ ਮਿਨਿਸਟਰ ਲੈਵਲ ਤੇ ਜਾ ਕੇ ਮਿਲ ਕੇ ਆਉਂਦੇ ਨੇ, ਉਦੋਂ ਤੋਂ ਬਾਅਦ ਆਈਏਐਸਾਂ ਦੇ ਖਿਲਾਫ ਤੁਹਾਡਾ ਕੰਮ ਬੰਦ, ਠੱਕਾ ਕੁਝ ਨਹੀਂ ਹੋ ਰਿਹਾ ਕਿਸੇ ਟਾਈਪ ਦਾ। ਤੇ ਫਿਰ ਜਿਹੜਾ ਕਰੀ ਜਾਂਦਾ ਤਾਂ ਉਧਰ ਨੂੰ ਜਾਣਗੇ ਲੋਕ। ਤੁਹਾਡੀ ਪ੍ਰੈਕਟਿਸ ਤੇ ਰਹੀ ਹੈ, ਤੁਸੀਂ ਜੇ ਕਲੀਅਰ ਕਰਦੇ ਉਦੋਂ ਕਿ ਤੁਹਾਡਾ ਆਉਣਾ ਸਿਰ ਮੱਥੇ, ਤੁਸੀਂ ਸਮੂਹਿਕ ਤੌਰ ਤੇ ਆਏ ਹੋ, ਪਰ ਆ ਜੋ ਚਾਰਜਜ ਨੇ ਇਹਨਾਂ ਦੀ ਟਾਈਮ ਬਾਉਂਡ ਇਨਕੁਆਇਰੀ ਕਰਾਂਗੇ, ਟਾਈਮ ਬਾਉਂਡ ਜਿਹੜਾ ਫਸ ਗਿਆ ਤਾਂ ਉਹਨੂੰ ਸਜ਼ਾ ਹੋਏਗੀ, ਇਦੋਂ ਬਿਨਾਂ ਕੰਪਰੋਮਾਈਜ਼ ਕੋਈ ਨਹੀਂ। ਇਹ ਜਿਹੜੇ ਨਹੀਂ ਛੱਡੇ ਜਾ ਸਕਦੇ, ਆਰਡਰ ਬਿਡਰਾ ਨਹੀਂ ਹੋ ਸਕਦੇ ਕੋਈ ਵੀ। ਉਹ ਡਿਸੈਸਿਵ ਰੋਲ ਹੁੰਦਾ ਉਸ ਸਮੇਂ, ਫੈਸਲਾ ਕੁਨ ਰੋਲ ਹੁੰਦਾ ਕਿ ਗਵਰਨਮੈਂਟ ਫਰਮ ਖੜੀ ਹੈ ਆਪਣੇ ਗੱਲ ਤੇ, ਆਪਣੇ ਅਕੀਦੇ। ਜਦ ਤੁਸੀਂ ਲਚਕੀਲਾਪਣ ਉਹਨਾਂ ਗੱਲਾਂ 'ਚ ਦਿਖਾਉਂਦੇ ਹੋ ਤਾਂ ਹੌਲੀ ਹੌਲੀ ਉਧਰ ਨੂੰ ਚੀਜ਼ਾਂ ਵੱਧ ਜਾਂਦੀਆਂ ਨੇ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਸੇ ਕਰਕੇ ਜਿਹੜਾ ਇਹ ਚੀਫ ਮਿਨਿਸਟਰ ਦਾ ਹੁਣ ਦਾ ਫੈਸਲਾ ਹੈ, ਬਹੁਤਾ ਹੀ ਸਖਤ ਫੈਸਲਾ, ਔਰ ਬਹੁਤ ਸਾਰੇ ਸੱਜਣੇ ਕਹਿਣਗੇ ਕਿ ਡਿਟਰਮੀਨੇਸ਼ਨ ਹੈ, ਹੋ ਗਿਆ ਇੱਕ ਫੈਸਲਾ, ਹੁਣ ਦੇਖੀ ਜਾਊ ਜੋ ਵੀ ਆਰ ਪਾਰ ਦੀ ਲੜਾਈ ਹੁੰਦੀ ਹੈ। ਤੇ ਹਾਲਾਂਕਿ ਮੈਨੂੰ ਪਤਾ ਲੱਗਿਆ ਕੱਲ ਗਵਰਨਮੈਂਟ ਨਾਲ ਨੈਗੋਸ਼ੀਏਸ਼ਨ ਲਈ ਮੀਟਿੰਗ ਵੀ ਸੱਦੀ ਹੋਈ ਹੈ, ਤੇ ਹੋ ਸਕਦਾ ਇਹਦੇ ਇੰਪਲੀਮੈਂਟ ਹੋਣ ਤੋਂ ਬਾਅਦ ਹੜਤਾਲ ਕਿਤੇ ਟਲ ਜਾਂਦੀ ਹੈ। ਇੱਕ ਪ੍ਰੈਸ਼ਰ ਟੈਕਟਿਕਸ ਦੇ ਵੱਲੋਂ ਤੁਸੀਂ ਬਣਾਇਆ, ਪਰ ਜੇ ਪ੍ਰੈਸ਼ਰ ਟੈਕਟਿਕਸ ਦੇ ਤੌਰ ਤੇ ਅੰਤਮ ਹਥਿਆਰ ਵਰਤਣਾ ਪੈਂਦਾ ਹੈ ਤਾਂ ਇਹਦਾ ਮਤਲਬ ਬਾਕੀ ਦੇ ਪ੍ਰੈਸ਼ਰ ਤਾਂ ਚਲੇ ਗਏ ਨਾ, ਬਾਕੀ ਦੇ ਪ੍ਰੈਸ਼ਰ ਦਾ ਤਾਂ ਕੋਈ ਮਤਲਬ ਨਹੀਂ ਬਚਿਆ। ਫਿਰ ਇਹ ਗੱਲ ਤੇ ਅੰਤਰਝਾਤ ਮਾਰਨੀ ਚਾਹੀਦੀ ਹੈ। ਫਿਰ ਇਨਕੇ ਜੇ ਸਮਝੌਤਾ ਨਹੀਂ ਹੁੰਦਾ, ਉਸ ਤੋਂ ਬਾਅਦ ਤੁਸੀਂ ਇਹਨੂੰ ਇੰਪਲੀਮੈਂਟ ਕਰਦੇ ਹੋ, ਤੁਸੀਂ ਇੰਪਲੀਮੈਂਟ ਕਰਨ ਦੀ ਹੈਸੀਅਤ 'ਚ ਹੋਵੋਗੇ ਜਾਂ ਨਹੀਂ ਹੋਵੋਗੇ ਇਹਦੇ ਤੋਂ ਬਾਅਦ। ਜੇ ਫਿਰ ਵੀ ਨਹੀਂ ਹੁੰਦਾ, ਤੁਸੀਂ ਬਣਾ ਲਿਆ ਕਿ ਹੁਣ ਤਾਂ ਆਰ ਪਾਰ ਦੀ ਲੜਾਈ ਦੀ ਤਰ੍ਹਾਂ ਅਸੀਂ ਲੜ ਰਹੇ ਹਾਂ, ਔਰ ਇਹਦੇ ਤੇ ਵੀ ਡਾਊਟ ਹੈ ਲੋਕਾਂ ਨੂੰ ਕਿ ਇਹ ਨਹੀਂ, ਉਦੋਂ ਤੱਕ ਇੰਨਾ ਕੁਝ ਹੋ ਜਾਂਦਾ ਹੈ ਕਿ ਤੁਸੀਂ ਨਹੀਂ ਅੱਗੇ ਚੱਲ ਸਕਦੇ ਹੁੰਦੇ। ਬਹੁਤੀ ਵਾਰੀ ਇਹ ਸਰਕਾਰ ਲੀਗਲ ਪਹਿਲੂ, ਉਹਦੇ ਪੋਲੀਟੀਕਲ ਇੰਪਲੀਕੇਸ਼ਨ, ਉਹਦੇ ਸੋਸ਼ਲ ਅਸਰ, ਇਹਨੂੰ ਦੇਖੇ ਤੋਂ ਬਿਨਾਂ ਫੈਸਲਾ ਲੈਂਦੀ ਹੈ ਕਾਫੀ ਮਾਮਲਿਆਂ 'ਚ। ਚਾਹੇ ਉਹ ਪੰਚਾਇਤਾਂ ਦਾ ਫੈਸਲਾ ਹੈ, ਡਿਫਰੈਂਟ ਹੋਰ ਕਈ ਫੈਸਲੇ ਹੋ ਜਾਂਦੇ ਨੇ, ਫਲਾਣੇ ਦੇ ਰੇਡ ਕਰ ਦੋ ਤੇ ਮੁੜ ਕੇ ਚਾਹੇ ਪਿੱਛੇ ਹਟਣਾ ਪਵੇ, ਔਰ ਚਾਹੇ ਅਮਰੂਦ ਲਾਉਣ ਤੋਂ ਬਾਅਦ ਬਾਕੀ ਦੀਆਂ ਚੀਜ਼ਾਂ ਨੇ ਪੈਸੇ ਭਰਾ ਕੇ ਚੁੱਪ ਕਰ ਜਾਓ, ਕੋਈ ਕ੍ਰਿਮੀਨਲ ਪਰਚਾ ਦਰਜ ਨਾ ਹੋਵੇ। ਕਿੰਨੀਆਂ ਚੀਜ਼ਾਂ ਨੇ, ਲੋਕ ਇਹਦੇ ਜਵਾਬ ਮੰਗਣਗੇ ਫਿਰ ਤੁਹਾਡੇ ਤੋਂ ਕਿ ਤੁਸੀਂ ਇਹ ਕਰ ਰਹੇ ਹੋ ਜਾਂ ਨਹੀਂ ਕਰ ਰਹੇ, ਜਾਂ ਠੀਕ ਹੈ ਕਿ ਨਹੀਂ। ਇਹ ਅਲੱਗ ਗੱਲ ਹੈ ਕਿ ਜਿਹੜੇ ਮੁਲਾਜ਼ਮਾਂ ਤੋਂ ਵੀ ਲੋਕਾਂ ਦਾ ਮੋਹ ਭੰਗ ਹੋਇਆ, ਕਿਉਂਕਿ ਉਹ ਦਫ਼ਤਰਾਂ 'ਚ ਜਾਂਦੇ ਨੇ, ਕੰਮ ਨਹੀਂ ਹੁੰਦੇ ਉਸ ਪੱਧਰ ਦੇ ਉੱਤੇ। ਇਸ ਲਈ ਬਹੁਤੀ ਪਬਲਿਕ ਸਪੋਰਟ ਨਹੀਂ ਮੁਲਾਜ਼ਮਾਂ ਨਾਲ ਹੁਣ ਜਾਂਦੀ। ਬਹੁਤ ਵਾਰੀ ਇਹ ਮੰਨਿਆ ਜਾਂਦਾ ਹੈ ਨਾਰਮਲੀ ਇੱਕ ਟ੍ਰੈਂਡ ਦੇ ਤੌਰ ਤੇ, ਕਿਉਂਕਿ ਜਾਂ ਕੰਮ ਕਰਨ ਦੀ ਇੱਛਾ ਨਹੀਂ ਹੁੰਦੀ, ਜਾਂ ਪੈਸੇ ਲੈਣ ਦੀ ਲੈ ਕੇ ਕੰਮ ਕਰਨ ਦੀ ਇੱਛਾ ਹੁੰਦੀ ਹੈ,
ਜਾਂ ਫਿਰ ਵੈਸੇ ਹੀ ਉਦਾਸੀਨ ਹੈ ਕਿ ਆਪਾਂ ਤਾਂ ਚੱਲਿਆ ਠੀਕ ਹੈ, ਆਪਾਂ ਆਪਣਾ ਕੰਮ ਕਰ ਰਿਹਾ। ਇਸ ਲਈ ਜਿਹੜੀ ਵਰਕ ਕਲਚਰ ਹੈ, ਉਹ ਵਰਕ ਕਲਚਰ ਕਿਵੇਂ ਸੁਧਰੇ, ਜਿਹੜੇ ਬੰਦੇ ਜਾਣ, ਉਹਨਾਂ ਦੇ ਕੰਮ ਹੋਣ ਲੋਕਾਂ ਦੇ, ਫਿਰ ਤਾਂ ਲੋਕ ਫੇਵਰੇਟ ਹੋ ਜਾਂਦੇ ਨੇ ਥੋੜੇ ਬਹੁਤ। ਉਸ ਤੁਹਾਡੇ ਨਾਲ ਵੀ ਮੈਜੋਰਿਟੀ ਕਈ ਵਾਰ ਖੜ ਜਾਂਦੀ ਹੈ ਉਸ ਪੱਧਰ ਦੇ ਉੱਤੇ। ਪਰ ਇਹ ਸਾਰਾ ਕੁਝ ਨਾਲ ਦੀ ਨਾਲ ਇੰਪਰੂਵ ਕੀਤੇ ਬਿਨਾਂ ਮੇਰਾ ਨਹੀਂ ਖਿਆਲ ਕੋਈ ਗੱਲ ਇਹਦੇ ਚੋਂ ਨਿਕਲ ਪਾਉਣ ਨੂੰ ਹੈ। ਟਕਰਾਅ ਜ਼ਿਆਦਾ ਵਧਣ ਦੀ ਸੰਭਾਵਨਾ ਹੁੰਦੀ ਹੈ। ਸਰਦਾਰ ਜਗਤਾਰ ਸਿੰਘ ਜੀ, ਵੈਸੇ ਇਹ 'ਚ ਕੋਈ ਦੋ ਰਾਵਾਂ ਨਹੀਂ, ਲੋਕ ਆਮ ਤੌਰ ਤੇ ਸਰਕਾਰੀ ਇੰਪਲਾਈਜ਼ ਨੂੰ ਅਜੀਬ ਤਰੀਕੇ ਨਾਲ ਹੀ ਦੇਖਦੇ ਆ। ਸਾਡੇ ਕਲਚਰ ਹੀ ਅਜੀਬ ਹੋ ਗਿਆ, ਮੁੱਠੀ ਗਰਮ ਕੀਤੇ ਬਿਨਾਂ ਕਿਸੇ ਕੰਮ ਦੀ ਸੰਭਾਵਨਾ ਹੀ ਨਹੀਂ ਹੁੰਦੀ, ਔਰ ਜੇ ਹੁੰਦੀ ਵੀ ਹੋਵੇ ਤਾਂ ਬੰਦਾ ਨੂੰ ਲੱਗਦਾ ਹੀ ਨਹੀਂ, ਧੁੜਕੂ ਹੀ ਲੱਗਿਆ ਰਹਿੰਦਾ, ਯਾਰ ਪੈਸੇ ਤਾਂ ਲਏ ਨਹੀਂ, ਕੰਮ ਕਿੱਥੋਂ ਹੋਣਾ। ਹੁਣ ਜਦੋਂ ਤੋਂ ਸਕੰਜਾ ਕੱਸਿਆ ਵਿਜੀਲੈਂਸ ਦਾ, ਇਸ ਗਵਰਨਮੈਂਟ ਨੇ ਜ਼ੀਰੋ ਟੋਲਰੈਂਸ ਦਾ ਦਾਅਵਾ ਕੀਤਾ ਹੋਇਆ, ਉਸ ਤੋਂ ਬਾਅਦ ਕਰਪਸ਼ਨ ਦੇ ਰੇਟ ਵੱਧ ਗਏ। ਮਤਲਬ ਹੁਣ ਤੁਸੀਂ ਕਿਸੇ ਪਾਸਿਓਂ ਵੀ ਗੱਲ ਕਰ ਲਓ, ਬਹੁਤੀ ਵਾਰੀ ਤੁਸੀਂ ਰਜਿਸਟਰੀਆਂ ਦੀ ਗੱਲ ਕਰੋ, ਪਹਿਲਾਂ ਸਿਰ ਫੇਰਿਆ ਜਾਂਦਾ, ਨਾ ਇਹ ਤਾਂ ਕੰਮ ਹੋਣਾ ਨਹੀਂ ਜੀ, ਇਹ ਤਾਂ ਦੇਖੋ ਜੀ ਇਹ ਸਖਤੀ ਬੜੀ ਹੈ ਜੀ, ਤਾਂ ਲੀਗਲ ਤਾਂ ਆਪਾਂ ਕਰ ਨਹੀਂ ਸਕਦੇ, ਉਹ ਹੋਰ ਕਈ ਸਿਆਪੇ ਪਾਏ ਹੋਏ, ਇਹਦੀ ਐਨਓਸੀ ਹੈ ਨਹੀਂ, ਇਹਦਾ ਫਲਾਣਾ ਲਿਆਓ, ਇਹਦਾ ਲਿਆਓ। ਸੋ ਇੰਨੇ ਕਹਿ ਕੇ ਲੋਕ ਕਹਿੰਦੇ ਯਾਰ ਖੱਜਲ ਖੁਆਰੀ ਨਾਲੋਂ ਚੰਗਾ ਵੀ ਪਹਿਲਾਂ ਠੀਕ ਸੀ, 3000 ਦੇਤਾ, 5 ਦੇਤਾ, 10 ਦੇਤਾ। ਲੁਧਿਆਣੇ ਵੱਲ ਇੱਕ ਬਹੁਤ ਵੱਡੇ ਲੀਡਰ ਰਹੇ ਆ, ਸੁਖਬੀਰ ਸਿੰਘ ਬਾਦਲ ਦੇ ਨਾਲ ਰਹੇ ਆ, ਤੇ ਕੱਲ ਸ਼ਾਮੀ ਮੇਰੇ ਨਾਲ ਗੱਲ ਕਰ ਰਹੇ ਸੀ। ਉਹ ਕਹਿੰਦੇ ਮੈਂ ਇੱਕ ਕੋਈ ਰਜਿਸਟਰੀ ਸੀਗੀ, ਬਿਆਨਾ ਹੋਇਆ ਸੀ, ਮੇਰੇ ਭਰਾ ਦੀ ਡੈਥ ਹੋ ਗਈ, ਤੇ ਉਸ ਤੋਂ ਬਾਅਦ ਮੈਂ ਉਹ ਰਜਿਸਟਰੀ ਕਰਵਾਉਣੀ ਸੀਗੀ, ਤੇ ਉਹ ਇੱਕ ਤਹਿਸੀਲਦਾਰ, ਉਹਨੇ 1 ਲੱਖ ਰੁਪਏ ਦੀ ਮੰਗ ਰੱਖਦੀ, ਦੇ ਕੇ ਕਰਾਉਣਾ ਪਿਆ। ਅੱਧੇ ਉਹਨਾਂ ਨੇ ਜਿਹਨਾਂ ਨੇ ਰਜਿਸਟਰੀ ਕਰਾਉਣੀ ਸੀ, ਤੇ ਅੱਧੇ ਸਾਨੂੰ ਉਹਨਾਂ ਨੇ ਕਿਹਾ 1,20,000। ਇਸੇ ਤਰ੍ਹਾਂ ਤੁਸੀਂ ਕਿਸੇ ਦਫ਼ਤਰ ਚਲੇ ਜਾਓ, ਇਹ ਮਤਲਬ ਆਮ ਗਵਰਨਮੈਂਟ ਇੰਪਲਾਈ ਨਾਲ ਬਹੁਤੇ ਲੋਕ ਹਮਦਰਦੀ ਨਹੀਂ ਰੱਖਦੇ, ਕਹਿੰਦੇ ਚੱਕ ਦਿਓ ਫਟ। ਜਦੋਂ ਤੁਸੀਂ ਦੇਖੋ ਕਿਸੇ ਵੀ ਸਟ੍ਰਾਈਕ ਨੂੰ ਲੈ ਕੇ, ਭਾਵੇਂ ਉਹ ਤਹਿਸੀਲਦਾਰਾਂ ਦੀ, ਪਟਵਾਰੀਆਂ ਦੀ, ਕਿਸੇ ਦੀ ਵੀ ਹੋਵੇ, ਲੋਕ ਝੱਟ ਜਾ ਕੇ ਕਹਿੰਦੇ ਆ ਵੀ ਹਾਂ ਵੀ ਕੱਢੋ ਇਹਨਾਂ ਨੂੰ ਬਾਹਰ। ਸੋ ਇਹ ਜਿਹੜਾ ਟ੍ਰੈਂਡ ਆ, ਮੈਨੂੰ ਲੱਗਦਾ ਹੈ ਕਿ ਇਹ ਇੱਕ ਮੋਟੇ ਤੌਰ ਤੇ ਜੋ ਪਿਛਲੀਆਂ ਗਵਰਨਮੈਂਟਸ ਤੋਂ ਹੁਣ ਤੱਕ, ਇਹਨਾਂ ਦਾ ਵੀ 1.5 ਸਾਲ, ਇਹ ਬਦਲ ਨਹੀਂ ਸਕਿਆ। ਲੋਕਾਂ ਦੀ ਰਾਏ, ਭਾਵੇਂ ਉਹ ਕਿਸੇ ਵੀ ਪੱਧਰ ਦਾ ਅਧਿਕਾਰੀ ਆ, ਉਹਦੇ ਪ੍ਰਤੀ ਕਿਉਂ ਨਹੀਂ ਬਦਲ ਰਹੀ? ਮੈਨੂੰ ਇਹ ਸਮਝ ਨਹੀਂ ਆਈ, ਕਿਉਂ ਨਹੀਂ ਵਿਸ਼ਵਾਸ ਬਹਾਲ ਹੋ ਰਿਹਾ? ਟ੍ਰੇਡ ਯੂਨੀਅਨ ਦੇ ਵਿੱਚ ਸਭ ਤੋਂ ਵੱਡਾ ਨੁਕਸ ਜਿਹੜਾ ਹੈ, ਉਹਨਾਂ ਨੇ ਕਦੇ ਵਰਕ ਕਲਚਰ ਪ੍ਰਮੋਟ ਹੀ ਨਹੀਂ ਕੀਤੀ। ਸਧਾਰਨ ਆਦਮੀ ਇੱਕ ਰਾਸ਼ਨ ਕਾਰਡ ਲੈਣ ਵਾਸਤੇ ਧੱਕੇ ਖਾਂਦਾ ਹੁੰਦਾ ਸੀ ਤੇ ਪੈਸੇ ਦੇਣੇ ਪੈਂਦੇ ਸੀ। ਇਹ ਯੂਨੀਅਨਸ ਇਹ ਨਹੀਂ ਕਰ ਸਕੀਆਂ। ਜ਼ਿਆਦਾ ਲੈਫਟ ਵਾਲੇ ਹੁੰਦੇ ਸੀਗੇ ਕਿ ਤੁਸੀਂ ਬਾਹਰ ਡੈਸਕ ਲਾ ਦਿਓ, ਟੇਬਲ ਲਾ ਦਿਓ, ਵੀ ਜਿਨ੍ਹਾਂ ਨੇ ਕੰਮ ਕਰਾਉਣਾ ਬਿਨਾਂ ਪੈਸੇ ਦਿੱਤੇ, ਤੁਸੀਂ ਆਪਣੇ ਸਾਥੀਆਂ ਨੇ ਡਿਊਟੀ ਲਾ ਦਿਓ ਵੀ ਜਿਹੜੇ ਬਿਨਾਂ ਪੈਸੇ ਤੋਂ ਕੰਮ ਕਰਾ ਕੇ ਦੇਣ ਆਮ ਲੋਕਾਂ ਦਾ। ਸਿਫਤੀ ਤਾਂ ਬਣੇ। ਟ੍ਰੇਡ ਯੂਨੀਅਨ ਨੇ ਉਲਟਾ, ਜੇ ਕਿਤੇ ਕਿਸੇ ਦੇ ਐਕਸ਼ਨ ਹੁੰਦਾ ਸੀਗਾ ਤੇ ਉਹਦੇ ਖਿਲਾਫ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤੇ ਕਿ ਸਾਡੀ ਵਿਕਟਿਮਾਈਜੇਸ਼ਨ ਹੋ ਰਹੀ ਹੈ। ਇਹ ਸਭ ਨੂੰ ਪਤਾ ਹੈ ਕਿ ਬਿਨਾਂ ਪੈਸੇ ਲਏ ਪਹਿਲਾਂ ਨਾ ਤਾਂ ਛੇਤੀ ਕੀਤੀਆਂ ਡਰਾਈਵਿੰਗ ਲਾਇਸੈਂਸ ਬਣਦਾ ਸੀ। ਇਹ ਸਭ ਤੋਂ ਮਤਲਬ ਛੋਟੇ ਕੰਮ ਹੈ ਜਿਹੜੇ ਮੈਂ ਉਹਨਾਂ ਦੀ ਗੱਲ ਕਰਨ ਲੱਗਿਆ, ਉੱਪਰ ਦੇ ਰਜਿਸਟਰੀਆਂ ਦੀ ਗੱਲ ਨਹੀਂ ਕਰ ਰਿਹਾ। ਰਾਸ਼ਨ ਕਾਰਡ ਨਹੀਂ ਸੀ ਬਣਦੇ, ਹਾਂ ਸਾਰੇ ਇਹ ਬਿਨਾਂ ਪੈਸੇ ਤੋਂ ਕੋਈ ਕੰਮ ਹੁੰਦਾ ਹੀ ਨਹੀਂ ਸੀ। ਇਸੇ ਕਰਕੇ ਜਿਹੜੀ ਆਮ ਲੋਕਾਂ ਦੀ ਸਿੰਪੈਥੀ ਹੈ ਉਹ ਸਰਕਾਰੀ ਮੁਲਾਜ਼ਮ ਨਾਲ ਨਹੀਂ ਹੈ। ਔਰ ਇਹ ਕਿਹਾ ਜਾਂਦਾ ਸੀਗਾ ਅਕਸਰ ਕਿ ਤਨਖਾਹ ਤਾਂ ਇੰਨੀ ਹੈ ਜੀ, ਉੱਪਰੋਂ ਇੰਨੇ ਬਣ ਜਾਂਦੇ ਆ ਇਸ ਪੋਸਟ ਤੇ। ਮੈਂ ਛੋਟੀ ਜਿਹੀ ਗੱਲ ਕਰਦਾ, ਹੁਣ ਵੀ ਈਵਨ IAS ਅਫਸਰ ਕਿਉਂ ਤਰਲੇ ਕਰਦੇ ਕਿ ਸਾਨੂੰ ਕਿਸੇ ਚੰਗੀ ਪੋਸਟ ਤੇ ਲਾਇਆ ਜਾਵੇ। ਉਹ ਕਹ ਜਾ ਕੇ ਕਿਉਂ ਪੋਲੀਟੀਸ਼ੀਅਨ ਦੇ ਪੈਰੀ ਪੈ ਜਾਂਦੇ ਆ ਚੰਗੀ ਪੋਸਟ ਲੈਣ ਵਾਸਤੇ? ਕਿਉਂਕਿ ਪੈਸੇ ਆ। ਕਰਪਸ਼ਨ ਤੁਹਾਡੇ ਸਿਸਟਮ ਦੇ ਵਿੱਚ ਇਨਬਿਲਟ ਹੈ। ਅਸੀਂ ਬਾਹਰ ਜਾ ਕੇ ਕੈਨੇਡਾ 'ਚ ਕਹਿੰਦੇ ਜੀ ਸਿਸਟਮ ਬੜਾ ਵਧੀਆ ਹੈ ਜੀ। ਹੁਣ ਉਹੀ ਲੋਕ ਜਿਹੜੇ ਬਾਹਰੋਂ ਟ੍ਰੇਨਿੰਗ ਲੈ ਕੇ ਆਉਂਦੇ IAS ਅਫਸਰ, ਉਹ ਇੱਥੇ ਆਪਣਾ ਸਿਸਟਮ ਕਿਉਂ ਨਹੀਂ ਬਣਾ ਸਕਦੇ? ਇਹ ਪੋਲੀਟੀਸ਼ੀਅਨ ਨੇ ਨਹੀਂ ਬਣਾਉਣਾ, ਇਹ ਅਫਸਰਾਂ ਨੇ ਬਣਾਉਣਾ। ਹੁਣ ਜਦੋਂ ਤਹਿਸੀਲਦਾਰ ਤੇ ਤੁਸੀਂ DC ਕਿਸੇ ਮਿਨਿਸਟਰ ਦੇ ਟੂਰ ਦਾ ਖਰਚਾ ਪਾਏਗਾ, ਕੀ ਤਹਿਸੀਲਦਾਰ ਆਪਣੀ ਜੇਬ ਚੋਂ ਦੇਗਾ? ਉਹ ਇਹ ਵੈਲ ਹੋਣਾ, ਸਭ ਨੂੰ ਪਤਾ ਹੈ ਕਿ ਜਿੰਨੇ ਖਰਚੇ ਹੁੰਦੇ ਆ ਕਿਸੇ ਵੀ ਜ਼ਿਲ੍ਹੇ ਦੇ ਵਿੱਚ, ਉਹ ਤਹਿਸੀਲਦਾਰ ਦੇ ਸਿਰ ਤੇ ਪਾਏ ਜਾਂਦੇ ਆ। ਤੇ ਤਹਿਸੀਲਦਾਰ ਨੇ ਪੈਸੇ ਕਿੱਥੋਂ ਲੈਣੇ? ਉਹ ਰਜਿਸਟਰੀਆਂ ਦੇ ਪੈਸੇ ਕੱਟਣੇ ਆ ਨਾ। ਜੇ ਤੁਹਾਡਾ ਸਿਸਟਮ ਜਦ ਤੱਕ ਸਟ੍ਰੀਮਲਾਈਨ ਨਹੀਂ ਹੁੰਦਾ, ਉਦ ਤੱਕ ਤੁਸੀਂ ਇੱਕ ਟਰਾਂਸਪੇਰੈਂਟ ਸਿਸਟਮ ਦੀ ਗੱਲ ਕਿਵੇਂ ਕਰ ਸਕਦੇ ਹੋ? ਸੋ ਬਿਗਨਿੰਗ ਕਿਸੇ ਲੈਵਲ ਤੇ ਹੋਣੀ ਚਾਹੀਦੀ, ਨਾਅਰੇਬਾਜ਼ੀ ਨਾਲ ਨਹੀਂ ਗੱਲ ਬਣਦੀ। ਹੁਣ ਟੈਕਨੋਲੋਜੀ ਨੇ ਕਾਫੀ ਕੁਝ ਚੇਂਜ ਕਰਤਾ। ਮੈਂ ਚੰਡੀਗੜ੍ਹ ਦੀ ਐਗਜ਼ਾਮਪਲ ਦੇਣਾ, ਟੋਟਲ ਟੈਕਨੋਲੋਜੀ ਇੱਥੇ ਆਪਣੇ ਤੁਸੀਂ ਰਜਿਸਟਰੀ ਕਰਾਉਣ ਜਾਓ ਸਭ ਕੁਝ, ਲੇਕਿਨ ਫੀਸ ਫਿਕਸ ਹੈ ਡਿਸਪਾਈਟ ਦੀ ਫੈਕਟ ਕਿ ਉੱਥੇ ਸਾਰੇ ਟੈਕਨੋਲੋਜੀ ਹੈ। ਤੁਸੀਂ 10,000 ਰੁਪਇਆ ਦਿਓ, ਉਸੇ ਵੇਲੇ ਤੁਹਾਡਾ ਸਮੂਥਲੀ ਸਾਰਾ ਕੰਮ ਹੋ ਜਾਏਗਾ।
ਜੇ ਨਹੀਂ ਦਿਓਗੇ ਤੇ ਕੰਪਿਊਟਰ ਦੇ ਵਿੱਚ ਤੁਹਾਡੀ ਫਾਈਲ ਫਸ ਜਾਏਗੀ। ਜੀ ਇਕੱਲੇ ਟੈਕਨੋਲੋਜੀ ਨਾਲ ਗੱਲ ਨਹੀਂ ਬਣਦੀ, ਉਹ ਜਿਹੜਾ ਸਿਸਟਮ ਹੈ ਉਹਦੇ 'ਚ ਇੰਪਰੂਵਮੈਂਟ ਚਾਹੀਦੀ ਹੈ। ਮੈਂ ਚੰਡੀਗੜ੍ਹ ਦੇ ਬਾਰੇ ਗੱਲ ਕੋਈ ਨਹੀਂ ਕਰਦਾ, ਮੈਂ ਕਈ ਵਾਰੀ ਵਾਰ-ਵਾਰ ਗੱਲ ਕਰਦਾ ਹੁੰਦਾ, ਮੈਂ ਭੁਗਤਿਆ ਹੋਇਆ ਜੀ ਇਹ ਲਗਾਤਾਰ ਹੈ। ਜਦ ਤੱਕ ਤੁਸੀਂ ਉਹ ਮਾਈਂਡ ਸੈਟ ਚੇਂਜ ਨਹੀਂ ਕਰਦੇ ਕਰਪਸ਼ਨ ਖਤਮ ਕਰਨ ਦਾ, ਉਹਦੇ ਵਾਸਤੇ ਤੁਹਾਨੂੰ ਜਿਹੜਾ ਇਨੀਸ਼ੀਏਟਿਵ ਉਹ ਟਾਪ ਤੋਂ ਆਉਣਾ ਪੈਣਾ। ਕੀ ਇਹ ਸੀਐਮ ਕਹੇਗਾ ਆਪਣੇ ਮੰਤਰੀਆਂ ਨੂੰ ਵੀ ਤੁਸੀਂ ਜ਼ਿਲ੍ਹੇ 'ਚ ਜਾਂਦੇ ਆ, ਤੁਸੀਂ ਇਹਨਾਂ ਦਾ ਖਰਚਾ ਨਾ ਕਰਾਓ, ਜਾਂ ਤੁਸੀਂ ਉਹਨਾਂ ਨੂੰ ਖਰਚਾ ਦਿਓ ਕਿ ਕੰਟੀਜੈਂਸੀ ਫੰਡ ਦਿਓ ਕਿ ਜਦੋਂ ਤੁਹਾਡੇ ਮਿਨਿਸਟਰ ਆਉਂਦਾ ਹੈ ਜ਼ਿਲ੍ਹੇ ਦੇ ਵਿੱਚ ਕਿ ਡੀਸੀ ਸਾਹਿਬ ਤੁਹਾਡੇ ਡਿਸਕ੍ਰਿਪਸ਼ਨ ਤੇ ਇੰਨੇ ਪੈਸੇ ਹੈ, ਇਸ ਤੋਂ ਖਰਚਾ ਕਰੋਗੇ, ਡੀਸੀ ਨੇ ਖਰਚਾ ਕਿੱਥੋਂ ਕਰਨਾ ਹੈ। ਸੋ ਇਹ ਪੋਲੀਟੀਕਲ ਸਿਸਟਮ ਨੂੰ ਵੀ ਇਹ ਗੱਲ ਦੇਖਣੀ ਪੈਣੀ ਹੈ ਵੀ ਸਾਰਾ ਕੁਝ ਕਿੱਥੋਂ ਕਰਨਾ ਹੈ। ਕਿ ਇਹ ਥਾਣੇ ਦੇ ਵਿੱਚ ਇਹ ਹੁੰਦਾ ਸੀਗਾ ਕਿ ਤੁਹਾਡੇ ਕੋਲ ਕਾਗਜ਼ ਨਹੀਂ ਹੈ, ਕਿਸੇ ਨੇ ਸ਼ਿਕਾਇਤ ਕਰਾਉਣ ਜਾਣਾ, ਉਹ ਕਹਿੰਦੇ ਸਾਡੇ ਕੋਲ ਸਟੇਸ਼ਨਰੀ ਨਹੀਂ ਹੈ, ਸਟੇਸ਼ਨਰੀ ਲੈ ਕੇ ਆਓ। ਇਹ ਕਾਮਨ ਨੌਲੇਜ ਹੈ। ਫਿਰ ਲੋਕ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਹੁੰਦੇ ਆ। ਜੇ ਤੁਸੀਂ ਸਿਸਟਮ ਨਹੀਂ ਬਣਾਇਆ ਉਸਦਾ ਤੇ ਨਾਅਰੇਬਾਜ਼ੀ ਕਰਨੀ, ਉਹਦੇ ਨਾਲ ਗੱਲ ਨਹੀਂ ਬਣਦੀ। ਤੁਸੀਂ ਜਦੋਂ ਗੱਲ ਕੀਤੀ ਨਾ ਬਿਊਰੋਕ੍ਰੇਸੀ ਕਿਉਂ ਪੋਸਟਿੰਗ ਲਈ ਮਾਰਾਮਾਰੀ ਕਰਦੀ, ਕਿਉਂ ਪੈਰੀ ਪੈਂਦੀ, ਕਿਉਂ ਜਾ ਕੇ ਰਿਸ਼ਤੇ ਗੰਢਦੀ ਹੈ, ਕਿਉਂ ਉਹਨਾਂ ਨੇ ਕੋਈ ਨਾ ਕੋਈ ਗॉडਫਾਦਰ ਰੱਖਿਆ, ਅੱਜ ਵੀ ਚੱਲਦਾ ਪਿਆ। ਅੱਜ ਵੀ ਕਿਉਂ ਜਿਹੜੀ ਚੰਗੀ ਹੈ ਉਹਦੇ ਲੈਣ ਲਈ ਅੱਜ ਵੀ ਸਿਫਾਰਿਸ਼ਾਂ ਲਈਆਂ ਜਾਂਦੀਆਂ, ਦਿੱਲੀ ਨੂੰ ਕਾਫਲੇ ਤੁਰਦੇ ਆ, ਕਿਉਂ ਤੁਰਦੇ ਆ, ਆਫਟਰ ਆਲ ਲੋੜ ਕੀ ਹੈ। ਪਰ ਇਹਦੇ ਨਾਲ ਇੱਕ ਹੋਰ ਗੱਲ ਕਾਫੀ ਅਹਿਮ ਆ, ਤੁਸੀਂ ਕਿਹਾ ਜੀ ਮੰਤਰੀਆਂ ਦੇ ਮਾਮਲੇ ਨੇ ਕਿ ਉਹਨਾਂ ਦੀ ਆਓ ਭਗਤ ਜਾਂ ਬਾਕੀ ਤਹਿਸੀਲਦਾਰ। ਅਜੇ ਕੱਲ ਦੀ ਗੱਲ ਆ, ਮੁੱਖ ਮੰਤਰੀ ਸਾਹਿਬ ਬਠਿੰਡੇ ਦੇ ਵਿੱਚ ਖੇਡਾਂ ਦਾ ਉਦਘਾਟਨ ਕਰ ਰਹੇ ਸੀਗੇ। ਜੇਕਰ ਇਹ ਬਹੁਤ ਬਰੀਕੀ ਨਾਲ ਮੋਨੀਟਰ ਕਰ ਲੈਣ ਕਿ ਕਿੰਨੇ ਕੁ ਪੈਸੇ ਜਿਹੜੇ ਆ ਉਹ ਸਰਕਾਰੀ ਖਜ਼ਾਨੇ ਚੋਂ ਲਾਏ ਜਾ ਸਕਦੇ ਸਿੱਧੇ ਰੂਪ ਚ, ਤੇ ਕਿੰਨੇ ਜਿਹੜੇ, ਕਿਉਂਕਿ ਜਿੰਨੇ ਵੀ ਲੋਕ ਵਗਾਰ ਤੇ ਆਉਂਦੇ ਹੋਰ ਫਾਲਤੂ ਦੇ ਖਰਚੇ ਆ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਹੋਰ ਲੋਕਾਂ ਨੂੰ ਕਰਨੇ ਪੈਂਦੇ, ਰਲ ਮਿਲ ਕੇ ਕੁਝ ਝੱਲਦੇ ਨੇ। ਹੁਣ ਮੁੱਖ ਮੰਤਰੀ ਸਾਹਿਬ ਨੇ ਐਡਾ ਤਾਮਝਾਮ ਕੀਤਾ ਤੇ ਇਹ ਤਾਮਝਾਮ ਉਦਾਂ ਨਹੀਂ ਹੁੰਦੇ। ਇਹਦੇ ਵਿੱਚ ਲਗਭਗ ਜੇ 70% ਤੱਕ ਦਾ ਵੀ ਸਰਕਾਰੀ ਖਰਚਾ ਦਿਖਾਇਆ ਜਾਊਗਾ, 30% ਇਹੋ ਜਿਹੇ ਖਰਚੇ ਜਿਹੜੇ ਤਹਿਸੀਲਦਾਰਾਂ ਤੋਂ ਲੈ ਕੇ BDPOs ਤੱਕ, DDPOs ਤੱਕ, ADC ਡਿਵੈਲਪਮੈਂਟ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਬੋਝ ਪੈਂਦੇ ਆ। ਪਟਵਾਰੀਆਂ ਤੱਕ ਥੱਲੇ ਚਲੇ ਜਾਂਦਾ, ਥੱਲੇ ਤੱਕ ਪੰਚਾਇਤ ਸੈਕਟਰੀਆਂ ਤੱਕ ਭਾਰ, ਤਾਂ ਫਿਰ ਉਹ ਭਾਰ ਲੋਕਾਂ ਤੇ ਜਾਂਦਾ, ਕਿਸੇ ਨੇ ਜੇਬ ਚੋਂ ਤਾਂ ਦੇਣੇ ਨਹੀਂ। ਮੈਂ ਸਰਦਾਰ ਹਰਮੀਤ ਸਿੰਘ ਜੀ ਇਸ ਮਾਮਲੇ ਤੋਂ ਅੱਗੇ ਥੋੜਾ ਜਿਹਾ ਵਧਣਾ ਚਾਹੂੰਗਾ। ਹੁਣ ਤੋਂ ਥੋੜੀ ਦੇਰ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਜਾਂਦੀ, ਮਾਮਲਾ ਤੇ ਪੁਰਾਣਾ ਹੈ। ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਨੇ ਰਾਈਵਲਰੀ ਸੀਗੀ, ਕੋਈ ਰਾਈਵਲ ਸੀਗਾ, ਸਟੂਡੈਂਟ ਪੋਲਿਟਿਕਸ ਵੀ ਹੁੰਦੀ ਆ ਤੇ ਸਟੂਡੈਂਟ ਆਪਸ ਵਿੱਚ ਖੇਬੜਦੇ ਵੀ। ਲੇਕਿਨ ਜਿਹੜਾ ਮਾਮਲਾ ਅੱਜ ਆਇਆ ਕਿ ਉਹ ਗਨਮੈਨ ਉਹਨੂੰ ਫੜ ਕੇ ਰੱਖਿਆ ਹੋਇਆ, ਉਹਨੂੰ ਕੁੱਟ ਰਿਹਾ, ਇਹਨੂੰ ਕਿਵੇਂ ਲਈਏ, ਕਿਸ ਤਰ੍ਹਾਂ ਦੇ ਟ੍ਰੈਂਡ ਆ? ਨਹੀਂ, ਸਾਡੇ ਤਾਂ ਅਸਲ 'ਚ ਜਿਹੜਾ ਸਿਕਿਉਰਿਟੀ, ਵੈਸੇ ਤਾਂ ਸਿਕਿਉਰਿਟੀ ਹੋਣੀ ਚਾਹੀਦੀ ਆ ਓਵਰਆਲ ਮਾਹੌਲ ਦੇ ਵਿੱਚ, ਤਾਂ ਸਿਕਿਉਰ ਹੋਣਗੇ ਸਾਰੇ ਲੋਕ। ਪਰ ਕੁਝ ਖਾਸ ਲੋਕਾਂ ਨੂੰ ਸਿਕਿਉਰ ਕਰਨ ਦੇ ਵਾਸਤੇ ਸਟੇਟਸ ਸਿੰਬਲ ਦੇ ਤੌਰ ਤੇ ਸਿਕਿਉਰਿਟੀ ਵਰਤੀ ਜਾ ਰਹੀ ਹੈ। ਉਹ ਮਤਲਬ ਬੰਦੇ ਨੂੰ ਕੀ ਹੈ ਕੀ ਨਹੀਂ, ਥ੍ਰੈਟ ਕੀ ਨਹੀਂ ਹੈ, ਇਹ ਮੈਟਰ ਨਹੀਂ ਕਰਦਾ। ਔਰ ਮੈਟਰ ਕਰਦਾ ਕਿ ਉਹਦੇ ਨਾਲ ਹਥਿਆਰ ਵਾਲੇ ਬੰਦੇ ਤੋੜ ਦੋ। ਵੈਸੇ ਹੀ ਕਿਸੇ ਬੰਦੇ ਕੋਲ ਪਰਸਨਲ ਹਥਿਆਰ ਹੋਵੇ ਨਾ, ਕੱਲਾ ਸਿਕਿਉਰਿਟੀ ਵਾਲਾ ਨਾ ਵੀ ਹੋਵੇ, ਅੱਧਾ ਦਿਮਾਗ ਉਹਦਾ ਵੈਸੇ ਉੱਡਿਆ ਰਹਿੰਦਾ, ਈਗੋ ਦਾ 50% ਐਡ ਹੋ ਜਾਂਦੀ ਹੈ ਜਦੋਂ ਵੀ ਕਿਤੇ ਜਾਂਦਾ। ਕਦੇ ਨਾ ਕਦੇ ਉਹ ਦਿਖਾਈ ਦਊ, ਕਦੇ ਕੁਝ ਕਰੂ, ਰੋਬ ਦਾਬ ਹੁੰਦਾ। ਕਿਉਂਕਿ ਹਥਿਆਰ ਨਾਲ ਪੰਜਾਬੀਆਂ ਦਾ ਮੋਹ ਵੀ ਜ਼ਿਆਦਾ, ਥੋੜਾ ਜਿਹਾ ਦਿਖਾਉਂਦੇ ਵੀ ਨੇ। ਔਰ ਫਿਰ ਉਹ ਅੰਦਰ ਤਾਂ ਰੱਖਣ ਦੀ ਗੱਲ ਨਹੀਂ, ਉਹਨੂੰ ਵੀ ਪਬਲਿਸਾਈਜ਼ ਕਰਦੇ ਨੇ ਵੀ ਕੋਈ ਗੱਲ ਨਹੀਂ ਆਪਣੇ ਕੋਲੇ ਹੈ। ਫਿਰ ਜਿਹਦੇ ਨਾਲ ਚੱਕਣ ਵਾਲੇ ਦੂਜੇ ਬੰਦੇ ਹੋਣ, ਔਰ ਜਿਹਨਾਂ ਦੇ ਵਰਦੀ ਵੀ ਖਾਕੀ ਪਾਈ ਹੋਵੇ, ਜਿਹਦੇ ਨਾਲ ਤਾਕਤ ਵੀ ਜੁੜੀ ਹੋਵੇ, ਸਟੇਟ ਦਾ ਇੰਪ੍ਰੈਸ਼ਨ ਜੁੜਿਆ ਹੋਵੇ, ਤਾਂ ਉਹ ਤਾਂ ਦਿਮਾਗ ਚੱਕੀ ਦਿੰਦਾ ਉਸ ਪੱਧਰ ਦੇ ਉੱਤੇ। ਹੁਣ ਕੀ ਉਹ ਟ੍ਰੇਨਡ ਇਸ ਲੈਵਲ ਦੇ ਬੰਦੇ ਹੈਗੇ? ਉਹਨਾਂ ਨੂੰ ਨਿੱਜੀ ਸੁਰੱਖਿਆ ਲਈ ਲਾਇਆ ਗਿਆ। ਉਹਨਾਂ ਨੂੰ ਇਹ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਵੀ ਜੇ ਇਹ ਕਿਸੇ ਨੂੰ ਕੁੱਟੇ ਉਹਦੇ ਨਾਲ ਨਹੀਂ ਲੱਗਣਾ ਹੁੰਦਾ, ਤੁਸੀਂ ਉਹਦੇ ਨਾਲ ਸਹਿਯੋਗ ਨਹੀਂ ਕਰਾਉਣਾ ਹੁੰਦਾ। ਜੇ ਕੋਈ ਉਹਨੂੰ ਕੁੱਟਣ ਲੱਗੇ ਤਾਂ ਬਚਾਅ ਕਰ ਦੇਈਦਾ ਹੁੰਦਾ। ਇੱਕ ਤਾਂ ਤਰੀਕਾ ਟ੍ਰੇਨਿੰਗ ਦਾ ਵੀ ਹੁੰਦਾ ਨਾ, ਵੀ ਜਿਹੜਾ ਵੀ ਚੀਜ਼ਾਂ ਹੋਣਗੀਆਂ। ਔਰ ਜਿਹਦੇ ਨਾਲ ਲੱਗੇ, ਜੇ ਉਹ ਪੋਲੀਟੀਸ਼ੀਅਨ ਕਹਿੰਦਾ ਹੋਊਗਾ ਵੀ ਤੂੰ ਉੱਥੇ ਜਾ ਕੇ ਚੁੱਪ ਕਰਕੇ ਖੜਾ ਰਿਹਾ, ਤੈਨੂੰ ਨਹੀਂ ਪਤਾ ਮੈਂ ਤੇਰਾ ਬਦਲੀ ਕਰਾ ਸਕਦਾ, ਤੇਰੇ ਸਸਪੈਂਡ ਕਰਾ ਸਕਦਾ, ਤੈਨੂੰ ਫਲਾਨਾ ਕਰਾ ਸਕਦਾ, ਉਹ ਵਿਚਾਰੇ ਕੀ ਕਰਨ ਫਿਰ ਉਸੇ ਤਰੀਕੇ ਦੇ। ਕਿਉਂਕਿ ਉਹਨੂੰ ਤਾਂ ਡਰ ਉਹਨਾਂ ਹੀ ਫੇਰ ਪੈ ਗਿਆ ਨਾਲ ਕਿ ਡੈਡੀ ਬੜੇ ਪਾਵਰਫੁਲ ਆਦਮੀ ਨੇ ਜਾਂ ਕੋਈ ਹੋਰ ਬੜੇ ਪਾਵਰਫੁਲ ਆਦਮੀ ਨੇ, ਇਸ ਲਈ ਕੁਝ ਨਾ ਕੁਝ ਤਾਂ ਕਰੋ। ਔਰ ਇਹ ਆਪਣੇ ਆਪ 'ਚ ਹੀ ਕ੍ਰਿਮੀਨਲ ਆਫੈਂਸ ਹੋ ਜਾਂਦਾ ਹੈ ਜਦੋਂ ਤੁਸੀਂ ਇਸ ਲੈਵਲ ਦੀ ਗੱਲ ਕਰਦੇ ਹੋ ਕਿ ਫੜ ਕੇ। ਵੈਸੇ ਤਾਂ ਸਾਡੇ ਇੱਕ ਕਲਚਰ ਇਹ ਹੈ ਕਿ ਪੁਲਿਸ ਮੁਕਾਬਲਾ ਬਣਾ ਦੇ, ਕਿਤੇ ਵੀ ਬਣਾ ਦੇ, ਕੋਈ FIR ਕਦੇ ਸਾਡੇ ਵੈਸੇ ਮੁਕੱਦਮੇ ਘੱਟ ਹੀ ਦੇਖੇ ਜਾਂਦੇ ਨੇ। ਕੁੱਟਮਾਰ ਨਾਰਮਲ ਜੀ ਚੀਜ਼ ਹੋ ਗਈ, ਕਿਸੇ ਦੇ ਨਾਲ ਜਾਂਦੇ ਆ, ਉੱਡੇ ਵੱਡੇ ਉਹਦੇ ਚੋਂ ਆਏ ਟਰਾਮਾ ਚੋਂ ਨਿਕਲ ਕੇ ਬਿਲਕਦੇ ਫਿਰਦੇ ਨੇ ਪੰਜਾਬੀ ਕਿ ਕਿਸੇ ਦੇ ਖਿਲਾਫ ਕੁਝ ਤਾਂ ਹੋਵੇ, ਇੰਨੇ ਬੰਦੇ ਮਾਰਤੇ ਨੇ, ਆਪਣਾ ਕੋਈ ਇਨਕੁਆਰੀ ਤਾਂ ਹੋਵੇ, ਕਿਤੇ ਤਾਂ ਹੋਵੇ। ਜਦੋਂ ਤੁਸੀਂ ਉਹ ਨਹੀਂ ਕਰਦੇ, ਉਹਨਾਂ ਤੇ ਪਰਦਾ ਪਾ ਕੇ ਅੱਗੇ ਤੋਰਦੇ ਹੋ,
ਤਾਂ ਤੁਸੀਂ ਗਲਤ ਐਟੀਟਿਊਡ ਨੂੰ ਚੈੱਕ ਨਹੀਂ ਕਰ ਸਕਦੇ ਕਦੇ ਵੀ। ਪਹਿਲਾਂ ਪੁਰਾਣਿਆਂ ਤੋਂ ਪਰਦਾ ਲਾ ਕੇ ਚਾਹੇ ਉਹਨਾਂ ਨੂੰ ਮਾਫ ਕਰ ਦਿਓ, ਪਰ ਗੁਨਾਹ ਕਬੂਲ ਕਰਵਾਏ ਤੋਂ ਬਿਨਾਂ ਅਗਲੇ ਜਿਹੜੀਆਂ ਟ੍ਰੇਨਿੰਗਾਂ ਨੇ ਜਾਂ ਅਗਲੇ ਜਿਹੜੇ ਲੋਕ ਹੋਣਗੇ ਉਹ ਸ਼ਾਇਦ ਸਹੀ ਕਰ ਨਹੀਂ ਪਾਉਣਗੇ। ਪੰਜਾਬ ਦੇ ਸਾਰੇ ਥਾਣੇ ਚੈੱਕ ਕਰ ਲਓ, ਜੇ ਇੱਕ ਥਾਣੇ 'ਚ 80 ਕਾਂਸਟੇਬਲ ਨੇ ਜਾਂ ਹੌਲਦਾਰ ਜਾਂ ਬਾਕੀ 40 ਤੋਂ ਵੱਧ ਉੱਥੇ ਥਾਣੇ ਦੇ ਵਿੱਚ ਮਤਲਬ ਆਪਰੇਟਰ ਪੁਲਿਸਿੰਗ ਵਾਲੇ ਬੰਦੇ ਨਹੀਂ ਮਿਲਦੇ, ਬਾਕੀ 40 ਕਿੱਥੇ ਕੰਮ ਕਰਦੇ ਨੇ? ਇਹਦਾ ਜਵਾਬ ਡੀਜੀਪੀ ਨੂੰ ਜਾਂ ਬਾਕੀ ਸਾਰਿਆਂ ਨੂੰ ਦੇਣਾ ਚਾਹੀਦਾ। ਇਹ ਗਵਰਨਮੈਂਟ ਆਈ ਸੀ, ਇਹਨਾਂ ਨੇ ਤਾਂ ਇਹ ਕਿਹਾ ਵੀ ਅਸੀਂ ਸਾਰਿਆਂ ਨੂੰ ਤੋੜ ਦਾਂਗੇ ਥਾਣਿਆਂ ਦੇ ਵਿੱਚ, ਲੋਕ ਪੁਲਿਸਿੰਗ ਕਰਿਆ ਕਰਨਗੇ ਆਪੀ। ਪੀਏਪੀ 'ਚ ਰਿਜ਼ਰਵ ਕਿੰਨੇ ਚਾਹੀਦੇ ਨੇ ਤੁਹਾਨੂੰ? ਬੰਦਿਆਂ ਦੇ ਨਾਲ ਬੰਦੇ ਲਾਉਣ ਲਈ ਕਿੰਨੇ ਚਾਹੀਦੇ ਨੇ ਤੁਹਾਨੂੰ? ਥਾਣਿਆਂ 'ਚ ਤਾਂ ਤੁਹਾਨੂੰ ਬੰਦਾ ਨਹੀਂ ਲੱਭਦਾ ਜਿਹੜਾ ਬੰਦਿਆਂ ਨੂੰ ਕੋਲੇ 4 ਗਏ ਨੇ। ਕੋਈ ਉਹ ਇੱਕ ਪਿੱਛੇ ਜੇ ਥਾਣੇ ਇੱਕ ਅਮਲੀ ਅੰਦਰ ਆ ਹੀ ਗਿਆ ਸੀ ਨਾ, ਗਾਲਾਂ ਗੂਲਾਂ ਕੱਢਦਾ, ਕਿਉਂਕਿ ਉੱਥੇ ਕੋਈ ਹੈ ਹੀ ਨਹੀਂ ਸੀ, ਕਹਿੰਦੇ ਕੱਲਾ ਮੁੜਸੀ ਜਾਂ ਸੰਤਰੀ ਖੜਾ ਸੀ, ਬਾਕੀ ਕੋਈ ਬੰਦੇ ਹੀ ਨਹੀਂ ਹੈ। ਤੇ ਇਹ ਜਿਹੜਾ ਇੱਕ ਤਰੀਕਾਕਾਰ ਹੁੰਦਾ ਉਹਨੂੰ ਵੀ ਨਵੇਂ ਸਿਰੇ ਤੋਂ ਦੇਖਣ ਵਾਲਾ ਅਸਲ ਦੇ ਵਿੱਚ, ਕਿ ਉਹ ਕੀ ਥਾਣਿਆਂ ਦੇ ਵਿੱਚ ਪੁਲਿਸ ਅਸੀਂ ਜਿਹੜੀ ਪੁਲਿਸਿੰਗ ਕਰਨੀ ਹੈ, ਜਿਹੜੇ ਟੋਟਲ ਸੈਟਅਪ ਨੇ ਉਹ ਕਿੰਨੇ ਨੇ, ਕਿਵੇਂ ਜਾਣਗੇ। ਦੂਜੀ ਗੱਲ ਇਹ ਵੀ ਹੈ ਕਿ ਕੀ ਅਸੀਂ ਪੁਲਿਸ ਨੂੰ ਥੋੜਾ ਬਹੁਤ ਇਹੋ ਜਿਹਾ ਦਿੰਦੇ ਆ ਹਿਊਮਨਟੇਰੀਅਨ ਗਰਾਊਂਡ, ਕਿ ਉਹ ਕ੍ਰਿਮੀਨਲ ਮਾਈਂਡ ਨਾ ਬਣਨ ਉਸ ਪਾਸੇ ਵੱਲ, ਉਹਨਾਂ ਨੂੰ ਕੋਈ ਵੀਕਲੀ ਛੁੱਟੀ ਦਿੰਦੇ ਆ, ਉਹਦੀ ਕੋਈ ਨੌਕਰੀ 10 ਘੰਟੇ ਕਰਦੇ ਆ, ਬਾਕੀ ਦੀਆਂ ਚੀਜ਼ਾਂ ਦੇ ਵਾਂਗ ਸਗੋਂ ਤਿਉਹਾਰਾਂ ਦੇ ਵਿੱਚ ਜਾ ਕੇ ਵੀ ਅਸੀਂ ਇਹ ਕਹਿੰਦੇ ਤੇਰੇ ਤਾਂ ਘਰ ਨਹੀਂ ਜਾ ਸਕਦਾ ਤੂੰ, ਉਹਨਾਂ ਦੀ ਉਹ ਡਿਊਟੀ ਆ, ਉਹਨੂੰ ਕੰਪਨਸੇਟ ਕਿਵੇਂ ਕਰਦੇ ਆ। ਉਹ ਸਾਰੀਆਂ ਚੀਜ਼ਾਂ ਵੀ ਨੇ ਨਾਲ ਦੀ ਨਾਲ। ਤੇ ਤੁਸੀਂ ਜੇ ਹਿਊਮਨਟੇਰੀਅਨ ਗਰਾਊਂਡ ਤੇ ਉਹਨੂੰ ਟੈਕਲ ਕਰੋਗੇ ਫੇਰ ਹੀ ਉਹਨਾਂ ਤੇ ਜ਼ਿਆਦਾ ਪ੍ਰੈਸ਼ਰ ਵੀ। ਔਰ ਇਸੇ ਕਰਕੇ ਮੈਨੂੰ ਲੱਗਦਾ ਬਹੁਤ ਸਾਰੇ ਜਾਣੇ ਬਾਡੀਗਾਰਡ ਲੱਗਣ ਨੂੰ ਤਰਜੀਹ ਦਿੰਦੇ ਨੇ ਵੀ ਉਧਰ ਚਲੋ ਮੰਤਰੀ ਨਾਲ ਫੜ ਲਓ ਤੇ ਐ ਤੁਰੇ ਤਾਂ ਫਿਰਾਂਗੇ, ਖਾਣ ਪੀਣ ਨੂੰ ਮਿਲੇਗਾ, ਬਾਕੀ ਇੱਥੇ ਥਾਣੇ 'ਚ ਕਾਹਨੂੰ ਕਦੇ ਕਿਤੇ ਨਾਕੇ ਤੇ ਖੜਾ ਦਿਆ ਕਰਨਗੇ, ਕਦੇ ਕਿਤੇ ਨਾਕੇ ਤੇ ਭੁੱਖੇ ਭੱਖੇ, ਤੇ ਐਵੇਂ ਗਾਲਾਂ ਕੱਢਾਂਗੇ ਲੋਕਾਂ ਨੂੰ। ਫੇਰ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਨੇ ਕਾਰਗੁਜ਼ਾਰੀ ਹੈ ਨਾ, ਇਹਨੂੰ ਦੇਖਣ ਦਾ ਸਵਾਲ ਹੈ। ਔਰ ਪਾਵਰਫੁੱਲ ਬੰਦਿਆਂ ਦੇ ਬੱਚੇ ਜਿਹੜੇ ਨੇ ਉਹਨਾਂ ਲਈ ਮਾਹੌਲ ਲਈ ਉਹ ਯੂਨੀਵਰਸਿਟੀ 'ਚ ਜਾਣ, ਬਾਡੀਗਾਰਡ ਲੈ ਕੇ ਆਪਣੀਆਂ ਵੱਡੀਆਂ ਗੱਡੀਆਂ 'ਚ ਜਾਂਦੇ ਨੇ, ਉਹ ਕਾਲਜ 'ਚ ਵਿਚਰਨ, ਉਹ ਚੰਡੀਗੜ੍ਹ ਤੇ ਵਿਚਰਨ। ਘੱਟੋ ਘੱਟ ਇਹਨਾਂ ਯੂਨੀਵਰਸਿਟੀਆਂ 'ਚ ਜਾਂ ਬਾਕੀ ਜਗ੍ਹਾ ਪਾਬੰਦੀ ਲੱਗਣੀ ਚਾਹੀਦੀ ਹੈ। ਕਿਸੇ ਦਾ ਜੀਪ ਚਾਹੇ ਜੇ ਉੱਥੇ ਤੁਰ ਕੇ ਜਾਏ ਬੰਦਾ, ਅੰਦਰ ਰਿਕਸ਼ੇ ਹੋਣ ਦੂਜੇ ਜਿਹੜੇ ਵੀ ਜਾਂਦੇ ਨੇ, ਉੱਥੇ ਤਾਂ ਘੱਟੋ ਘੱਟ ਇਕੁਅਲ ਬੇਸ ਤੇ ਜਾਣ ਨਾ ਬੰਦੇ ਜਿਹੜੇ ਜਾਂਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਦੋਂ ਇਕੁਐਲਿਟੀ ਭੰਗ ਕਰਤੀ ਅਸੀਂ ਟੋਟਲੀ ਸਾਰੇ ਕਿਤੇ ਜਾਣ ਦੀ, ਸਟੇਟਸ ਵੱਡਾ ਤੇ ਛੋਟਾ ਕਰਕੇ ਦੇਖਦੇ ਹਾਂ, ਤਾਂ ਆਟੋਮੈਟਿਕਲੀ ਹੈ ਕਿ ਇਹ ਕ੍ਰਾਈਮ ਉਧਰ ਨੂੰ ਹੋਏਗਾ। ਫਿਰ ਕ੍ਰਾਈਮ ਕੀ ਹੁੰਦਾ ਕਿ ਤੁਸੀਂ ਸਗੋਂ ਉਤਸ਼ਾਹਤ ਕਰਦੇ ਹੋ। ਮੈਨੂੰ ਨਹੀਂ ਲੱਗਦਾ ਕਿਸੇ ਨੇ ਅੰਦਰ ਬਾੜ ਕੇ ਵੀ ਇਹ ਗੱਲ ਕੀਤੀ ਹੋਣੀ ਹੈ ਵੀ ਤੈਨੂੰ ਸਮਝ ਆਉਣੀ ਚਾਹੀਦੀ ਸੀ ਮੇਰਾ ਨਾਮ ਵਿਗਾੜ ਰਿਹਾ ਜਾਂ ਫਲਾਣਾ। ਜਿਹੜੀ ਪਾਰਟੀ ਦਾ ਪ੍ਰਧਾਨ ਸਟੇਜ ਤੇ ਬੁਲਾ ਕੇ ਕਿ ਉਹ 23 ਸਾਲ ਦਾ ਮੁੰਡਾ ਇੱਥੇ ਫਿਰਦਾ, ਕੋਲੇ ਬੁਲਾ ਕੇ ਖੜਾ ਕੇ ਕਹਿ ਰਿਹਾ ਕਿ ਜੇ ਇਹ ਐਜਾ ਕੰਮ ਨਹੀਂ ਕਰੂਗਾ ਤਾਂ ਮੈਂ ਕਰੂੰਗਾ। ਹੋਰ ਨੌਜਵਾਨੀ ਉਮਰ 'ਚ ਕਰਦੇ ਹੀ ਹੁੰਦੇ ਨੇ, ਮੈਂ ਤੇਰੇ ਨਾਲ ਆ, ਥਾਪੀ ਦੇ ਕੇ। ਤਾਂ ਇਹ ਪਰਚਾ ਰਾਜੇ ਵੜਿੰਗ ਦੇ ਖਿਲਾਫ ਵੀ ਨਾਲ ਕਿਉਂ ਨਹੀਂ ਦਰਜ ਹੋਣਾ ਚਾਹੀਦਾ? ਜਿਵੇਂ ਅਸੀਂ ਖੁਦਕਸ਼ੀ ਲਈ ਉਕਸਾਉਣਾ, ਕਿਸੇ ਕਤਲ ਲਈ ਉਕਸਾਉਣਾ, ਉਵੇਂ ਹੀ ਗੁੰਡਾਗਰਦੀ ਕਰਨ ਲਈ ਉਕਸਾਉਣਾ ਜੇ ਅਪਰਾਧ ਹੈ ਤਾਂ ਉਹ ਅਪਰਾਧਿਕ ਦਾਇਰੇ ਤੋਂ ਕਿਉਂ ਨਹੀਂ ਆਉਣਾ ਚਾਹੀਦਾ? ਜਿਹੜਾ ਪਬਲਿਕਲੀ ਸ਼ੋਅ ਹੋ ਰਿਹਾ ਕਿ ਤੁਸੀਂ ਵੈਸੇ ਤਾਂ ਪਤਾ ਨਹੀਂ ਕਿੰਨਿਆਂ ਨੂੰ ਕਰਦੇ ਹੋਵੋਗੇ, ਪਰ ਤੁਸੀਂ ਤਾਂ ਮਾਈਕ ਤੇ ਕਹਿ ਰਹੇ ਹੋ, ਲੋਕਾਂ ਦੇ ਇਕੱਠ 'ਚ ਕਹਿ ਰਹੇ ਹੋ, ਕੋਈ ਸੰਗ ਸ਼ਰਮ ਵਾਲਾ ਕੰਮ ਹੀ ਨਹੀਂ ਬਚਿਆ ਕਿਸੇ ਲੈਵਲ ਦੇ ਉੱਤੇ। ਤਾਂ ਕੀ ਉਧਰ ਨੂੰ ਵੀ ਜਾਏਗੀ ਜਾਂਚ ਮਾੜੀ ਮੋਟੀ, ਤਾਂ ਕਿ ਬਾਕੀਆਂ ਨੂੰ ਇਹ ਹੋਵੇ ਕਿ ਨਹੀਂ ਇਹ ਉਕਸਾਈ ਦਾ ਨਹੀਂ ਹੁੰਦਾ, ਜੇ ਹਟਾਇਆ ਨਹੀਂ ਜਾਂਦਾ ਤਾਂ ਵਧਾਓ ਮਤ ਘੱਟੋ ਘੱਟ ਇਸ ਗੱਲ ਨੂੰ। ਜੀ, ਤੁਸੀਂ ਉਹ ਸਵਾਲ ਬੜਾ ਠੀਕ ਵਾਜਬ ਉਠਾਇਆ ਕਿ ਯੂਨੀਵਰਸਿਟੀਜ਼ ਦੇ ਵਿੱਚ ਇਕੁਐਲਿਟੀ ਤਾਂ ਹੋਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹਦੇ ਵਿੱਚ ਜਿਹੜੇ ਵੀਸੀ ਨੇ ਡਾਕਟਰ ਜਸਪਾਲ ਸਿੰਘ ਸੰਧੂ, ਉਹਨਾਂ ਨੇ ਜਿਹੜਾ ਸਾਈਕਲ ਸਟੈਂਡ ਹੈ, ਸਕੂਟਰ ਸਟੈਂਡ ਹੈ, ਕਾਰ ਸਟੈਂਡ ਹੈ, ਉਹ ਬਿਲਕੁਲ ਯੂਨੀਵਰਸਿਟੀ ਦੇ ਬਾਹਰਲੇ ਪਾਸੇ ਬਣਵਾਇਆ ਹੈ, ਬਿਲਕੁਲ ਕੈਂਪਸ ਦੇ ਅੰਦਰ ਨਾਲ ਗੇਟਾਂ ਦੇ। ਔਰ ਉੱਥੇ ਉਹ ਤੁਸੀਂ ਕਾਰ ਲਾ ਸਕਦੇ ਹੋ ਤੇ ਉੱਥੋਂ ਤੁਹਾਨੂੰ ਮੁੜ ਕੇ ਰਿਕਸ਼ਾ ਜਿਹੜਾ ਬੈਟਰੀ ਤੇ ਚੱਲਦਾ ਹੈ ਉਹ ਮੁਹੱਈਆ ਕਰਾਈ ਜਾਂਦੇ ਆ ਤੇ ਬੱਚੇ ਉਹਦੇ ਵਿੱਚ ਹੀ ਟਰੈਵਲ ਕਰਦੇ। ਸਾਰੀ ਯੂਨੀਵਰਸਿਟੀ ਦੇ ਵਿੱਚ ਉਹ ਫ੍ਰੀ ਨੇ, ਉਹ ਚੱਲ ਰਹੇ ਨੇ। ਉਹ ਲਗਭਗ ਇੱਕੋ ਜਿਹਾ ਮਾਹੌਲ ਰਹਿੰਦਾ ਹੈ, ਕੋਈ ਧੌਂਸ ਨਹੀਂ ਰਹਿੰਦੀ, ਕਿਸੇ ਦੀ ਕੋਈ ਆਪਣੀ ਅਮੀਰੀ ਨਹੀਂ ਦਿਖਾਈ ਜਾਂਦੀ ਜਾਂ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਰੁਤਬਾ। ਸਰਦਾਰ ਜਗਤਾਰ ਸਿੰਘ ਜੀ, ਮੈਂ ਇਸ ਇਸ਼ੂ ਨੂੰ ਹੋਰ ਨਜ਼ਰੀਏ ਤੋਂ ਦੇਖਦਾ। ਮੇਰੇ ਵਾਸਤੇ ਮੈਟਰ ਨਹੀਂ ਕਰਦਾ ਕਿ ਇਹ ਸੁਖਜਿੰਦਰ ਸਿੰਘ ਰੰਧਾਵਾ ਦਾ ਬੇਟਾ ਇਸ ਕੇਸ ਦੇ ਵਿੱਚ ਇਨਵੋਲਵ ਹੈ। ਗੱਲ ਸਿਸਟਮ ਦੀ ਹੈ। ਇਹਨਾਂ ਨੂੰ ਸਿਕਿਉਰਿਟੀ ਪਹਿਲੀ ਗੱਲ ਤਾਂ ਕਿਉਂ ਦਿੱਤੀ ਜਾਂਦੀ? ਜਿਹੜੇ ਚਲੋ ਮੰਨ ਲਿਆ ਕੋਈ ਲੀਡਰ, ਕਿਸੇ ਨੂੰ ਕੋਈ ਸਿਕਿਉਰਿਟੀ ਮਿਲ ਗਈ ਔਰ ਇਹਨਾਂ ਨੂੰ ਬਹੁਤ ਹੈਵੀ ਸਿਕਿਉਰਿਟੀ ਮਿਲੀ ਹੁੰਦੀ ਹੈ, ਜਿਹੜੇ ਲੀਡਰ ਸੋ ਕਾਲਡ ਹੈਗੇ ਵੱਡੇ, ਇਹਦੀ ਪਹਿਲੀ ਗੱਲ ਤਾਂ ਲੋੜ ਕੀ ਹੈ? ਪੰਜਾਬ ਦੇ ਵਿੱਚ ਇੱਕ ਸਿਸਟਮ ਪੁਰਾਣਾ ਬਣ ਗਿਆ ਕਿ ਜੀ ਇਹ ਥ੍ਰੈਟ ਹੈ ਮਿਲੀਟੈਂਟਸ ਤੋਂ। ਉਹਨੂੰ ਇਹ ਸਿਸਟਮ ਨੇ ਡਿਸਟੋਰਟ ਕੀਤਾ ਤੇ ਹੌਲੀ ਹੌਲੀ ਆਮ ਜਿਹੜਾ ਸਿਸਟਮ ਸੀ ਉਹਨੂੰ ਸਿਕਿਉਰ ਕਰਨ ਦੀ ਥਾਂ ਤੇ
ਇਹ ਕੁਛ ਲੀਡਰਾਂ ਨੂੰ ਸਿਕਿਉਰ ਕਰਨ ਲੱਗ ਪਏ। ਸਿਕਿਉਰਿਟੀ ਇੱਥੇ ਹੀ ਕਨਫਾਈਨਡ ਹੈ। ਪਹਿਲੀ ਗੱਲ ਤਾਂ ਕਿ ਜਿਹੜਾ ਟੋਟਲ ਸਿਸਟਮ ਹੈ ਤੁਹਾਡਾ ਸਿਕਿਉਰ ਹੋਣਾ ਚਾਹੀਦਾ, ਜਿੱਥੇ ਹਰ ਆਦਮੀ ਸਿਕਿਉਰ ਫੀਲ ਕਰੇ, ਨਾ ਕਿ ਕੁਝ ਲੋਕ। ਇਹ ਉਸ ਤੋਂ ਬਾਅਦ ਅਗਲਾ ਸਟੈਪ ਇਹ ਹੈ ਕਿ ਜਿਹੜੀ ਸਿਕਿਉਰਿਟੀ ਦਿੱਤੀ ਹੈ ਜਿਨ੍ਹਾਂ ਲੀਡਰਾਂ ਨੂੰ, ਉਹ ਉਹਨਾਂ ਦੇ ਬੱਚਿਆਂ ਨੂੰ ਸਿਕਿਉਰਿਟੀ ਕਿਉਂ ਦਿੱਤੀ ਜਾਵੇ। ਇੱਕ ਨਾਰਮਲ ਪ੍ਰੈਕਟਿਸ ਹੈ ਕਿ ਹਰ ਲੀਡਰ ਦੇ ਬੱਚੇ ਜਿਹੜੇ ਜਵਾਨ ਹੈਗੇ ਹੈ ਉਹ ਮਾਰਕੀਟਾਂ ਦੇ ਵਿੱਚ ਆਪਣੇ ਸਿਕਿਉਰਿਟੀ ਲੈ ਕੇ ਘੁੰਮਦੇ ਆ ਆਪਣੇ ਪਿਓ ਦੀ ਜਾਂ ਮਾਂ ਦੀ। ਇਹ ਕਿਉਂ ਹੋ ਰਿਹਾ? ਇਹ ਮਿਸਯੂਜ਼ ਚੈੱਕ ਕਿਉਂ ਨਹੀਂ ਹੁੰਦਾ? ਜੇ ਥ੍ਰੈਟ ਹੋਏਗੀ ਤਾਂ ਉਸ ਲੀਡਰ ਨੂੰ ਹੋਏਗੀ ਕਿ ਸਾਰੇ ਟੱਬਰ ਨੂੰ ਹੈ? ਕਾਗਜ਼ਾਂ ਦੇ ਵਿੱਚ ਕੀ ਹੈ? ਜਿਹੜੀ ਥ੍ਰੈਟ ਪਰਸੈਪਸ਼ਨ ਹੈ ਇੱਕ ਲੀਡਰ ਨੂੰ ਹੈ ਕਿ ਸਾਰੀ ਫੈਮਿਲੀ ਨੂੰ ਹੈ? ਪਹਿਲਾਂ ਸਿਸਟਮ ਠੀਕ ਕਰੋ। ਇਹ ਬੱਚੇ ਕਿਉਂ ਸਿਕਿਉਰਿਟੀ ਲੈ ਕੇ ਤੁਰ ਪੈਂਦੇ? ਇਹ ਗੱਲ ਸੁਖੀ ਰੰਧਾਵਾ ਦੇ ਇਕੱਲੇ ਦੇ ਬੇਟੇ ਦੀ ਨਹੀਂ ਹੈ। ਚੰਡੀਗੜ੍ਹ ਦੇ ਵਿੱਚ ਇਹ ਲਗਾਤਾਰ ਸ਼ਿਕਾਇਤ ਆਉਂਦੀ ਹੈ ਵੀ ਮਾਰਕੀਟਾਂ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬ ਵਾਲੇ ਸੋ ਕਾਲਡ ਪੋਲੀਟੀਸ਼ੀਅਨਸ ਤੇ VIP ਹੈਗੇ ਆ, ਇਹਨਾਂ ਦੇ ਬੱਚਿਆਂ ਦੇ ਝਗੜੇ ਹੁੰਦੇ ਰਹਿੰਦੇ ਆ ਕਿਉਂਕਿ ਨਾਲ ਸਿਕਿਉਰਿਟੀ ਹੁੰਦੀ ਹੈ। ਇਹ 9 ਸੈਕਟਰ ਤੋਂ ਜਾਂ 17 ਚੋਂ ਕਈ ਵਾਰੀ 26 ਚੋਂ ਕਈ ਵਾਰੀ ਸ਼ਿਕਾਇਤਾਂ ਆਉਂਦੀਆਂ ਇਹੋ ਜਿਹੀ ਗਲਤੀਆਂ। ਸੋ ਬੇਸਿਕ ਇਸ਼ੂ ਇਹ ਹੈ ਕਿ ਇਹ ਬੱਚਿਆਂ ਨੂੰ ਸਿਕਿਉਰਿਟੀ ਕਿਉਂ ਦਿੱਤੀ ਜਾਂਦੀ ਹੈ ਅੱਗੇ? ਇਹ ਤੇ ਚੈੱਕ ਕਿਉਂ ਨਹੀਂ ਹੈ? ਤੁਸੀਂ ਲੀਡਰ ਨੂੰ ਸਿਕਿਉਰਿਟੀ ਦੇਣੀ ਹੈ, ਦੇ ਦਿਓ, ਕੋਈ ਗੱਲ ਨਹੀਂ ਗਈ, ਲੇਕਿਨ ਜਿਹੜਾ ਲੈਵਲ ਹੈ ਸਿਕਿਉਰਿਟੀ ਦਾ 20 25 ਬੰਦੇ, ਔਰ ਹਾਲਤ ਇਹ ਹੈ ਈਵਨ ਸੋ ਕਾਲਡ ਜਿਹੜੇ ਪ੍ਰੋ ਪੀਪਲ ਆਪਣੇ ਲੀਡਰ ਕਹਿੰਦੇ ਜੇ ਉਹਨਾਂ ਦੀ ਕੋਈ ਸਿਕਿਉਰਿਟੀ ਕਿਸੇ ਵੇਲੇ ਸਰਕਾਰ ਨੇ ਘਟਾਤੀ ਤੇ ਉਹ ਦਿੱਲੀੋਂ ਜਾ ਕੇ ਰੌਲਾ ਲੈ ਆਉਂਦੇ ਆ ਜਾਂ ਇੱਥੇ ਫਿਰ ਰੌਲਾ ਪਾਉਣ ਲੱਗ ਪੈਂਦੇ ਸਾਡੀ ਸਿਕਿਉਰਿਟੀ ਘਟਾਤੀ। ਇਹ ਸਾਰਾ ਇੱਕ ਤੁਸੀਂ ਕਹਿ ਲਓ ਗੈਂਗ ਬਣਿਆ ਹੋਇਆ ਪੋਲੀਟੀਸ਼ੀਅਨ ਦਾ, ਜਿੱਥੇ ਇਹਨਾਂ ਦੇ ਇਹ ਕਾਮਨ ਇੰਟਰਸਟ ਹੈਗੇ ਆ। ਹਰ ਤਰ੍ਹਾਂ ਦਾ ਪੋਲੀਟੀਸ਼ੀਅਨ ਹੈ ਜਿਹੜਾ ਉਹਨੂੰ ਇੱਕ ਲੈਵਲ ਦੀ ਸਿਕਿਉਰਿਟੀ ਚਾਹੀਦੀ ਹੈ। ਵਾਈ ਲੋਕਾਂ 'ਚ ਜਾਣ ਵਾਸਤੇ ਲੋਕਾਂ ਤੋਂ ਡਰ ਰਹੇ ਹੋ? ਪਹਿਲਾਂ ਸਿਸਟਮ ਠੀਕ ਕਰੋ। ਇਸ਼ੂ ਇਹ ਨਹੀਂ ਹੈ ਕਿ ਕਿਹਦੇ ਬੱਚੇ ਕੋਲ ਸਿਕਿਉਰਿਟੀ ਹੈ ਤੇ ਕਿੱਥੇ ਅਲਾਉ ਹੋਣੀ ਚਾਹੀਦੀ, ਨਹੀਂ। ਬੱਚੇ ਨੂੰ ਸਿਕਿਉਰਿਟੀ ਦਿੱਤੀ ਹੀ ਕਿਉਂ ਜਾਵੇ? ਪਹਿਲੀ ਗੱਲ ਤਾਂ ਇਹ ਬੱਚਾ ਜੇ ਹੋਟਲ 'ਚ ਜਾਂਦਾ ਰੋਟੀ ਖਾਣ, ਫੈਮਿਲੀ ਜਾਂਦੀ ਹੈ ਤੇ ਉਹਦੇ ਨਾਲ ਸਿਕਿਉਰਿਟੀ ਕਿਉਂ ਜਾ ਰਹੀ ਹੈ ਅੰਦਰ? ਕੋਈ ਗੱਲ ਤਾਂ ਇਹ ਹੈ ਸਿਕਿਉਰਿਟੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲੀ ਹੈ ਅੱਗੇ, ਤੇ ਇਹ ਮਿਸਯੂਜ਼ ਕਿਉਂ ਹੈ? ਬੇਸਿਕ ਇਸ਼ੂ ਇਹ ਹੈ। ਇਹ ਸਰਕਾਰਾਂ ਨੂੰ, ਇਹ ਸਿਰਫ ਪੰਜਾਬ 'ਚ ਨਹੀਂ ਹੈ, ਹਰ ਥਾਂ 'ਤੇ ਹੀ ਹੋ ਰਿਹਾ ਜੀ। ਜਦੋਂ ਸੁਖਜਿੰਦਰ ਸਿੰਘ ਰੰਧਾਵਾ ਪਿਛਲੇ ਦਿਨਾਂ ਦੇ ਵਿੱਚ ਆਪਣੀ ਗੱਲ ਰੱਖਦੇ ਆ ਤੇ ਉਹ ਕਹਿੰਦੇ ਕਿ ਖਾੜਕੂਵਾਦ ਦੇ ਦੌਰ ਤੋਂ, ਟੈਰਰਿਜ਼ਮ ਦੇ ਦੌਰ ਤੋਂ ਸਾਡੇ ਪਰਿਵਾਰ ਨੂੰ ਖਤਰਾ ਹੈ ਤੇ ਉਹ ਖਤਰਾ ਬਰਕਰਾਰ ਹੈ। ਹੁਣ ਗੈਂਗਸਟਰਾਂ ਨਾਲ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਰੌਲੇ ਸੀਗੇ, ਜੇਲ੍ਹ ਮਿਨਿਸਟਰ ਹੁੰਦੇ ਆ ਉਹਨਾਂ ਦਾ ਖਤਰਾ ਵਧਿਆ, ਉਹਨਾਂ ਦੀ ਥ੍ਰੈਟ ਪਰਸੈਪਸ਼ਨ ਵਧੀ ਹੋਣ ਕਰਕੇ ਉਹਨਾਂ ਦੀ ਸਿਕਿਉਰਿਟੀ ਵਧਾਈ ਗਈ ਹੈ। ਪਰ ਸਵਾਲ ਇਸ ਗੱਲ ਦਾ ਹੈ ਨਹੀਂ, ਮੈਂ ਇੰਡੀਵਿਜੂਅਲ ਦੀ ਗੱਲ ਨਹੀਂ ਕਰ ਰਿਹਾ, ਮੈਂ ਜਨਰਲ ਸਿਸਟਮ ਦੀ ਗੱਲ ਕਰ ਰਿਹਾ। ਇਹ ਸਾਰੇ ਹੀ ਆਪਣੇ ਆਪ ਨੂੰ ਜਸਟੀਫਾਈ ਕਰਨਗੇ ਜੇ ਤੁਸੀਂ ਇਹਨਾਂ ਨਾਲ ਤੁਸੀਂ ਕਿਸੇ ਨਾਲ ਗੱਲ ਕਰ ਲਓ, ਲੇਕਿਨ ਇਹ ਮੈਂ ਸਿਸਟਮ ਦੀ ਗੱਲ ਇਸ ਕਰਕੇ ਕਰ ਰਿਹਾ, ਮੈਂ ਇੰਡੀਵਿਜੂਅਲ ਦੀ ਗੱਲ ਹੀ ਨਹੀਂ ਕਰ ਰਿਹਾ। ਨਹੀਂ, ਇੱਥੇ ਇੰਡੀਵਿਜੂਅਲ ਦੀ ਗੱਲ ਨਹੀਂ ਜੀ। ਬੇਸਿਕਲੀ ਜਦੋਂ ਕੋਈ ਘਟਨਾ ਵਾਪਰਦੀ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਜਿਹੜੇ ਲੋਕ ਆ, ਜਦੋਂ ਉਹ ਪਬਲਿਕ ਡੋਮੇਨ 'ਚ ਆ ਕੇ ਆਪਣੀ ਗੱਲ ਰੱਖਦੇ ਆ ਤਾਂ ਉਹਨਾਂ ਦਾ ਵਿਊ ਪੁਆਇੰਟ ਦੇਣਾ, ਅੱਗੇ ਵਧਾਉਣਾ। ਪਰ ਨਾਲ ਦੀ ਨਾਲ ਇੱਕ ਸਵਾਲ ਇਹ ਵੀ ਹੈ ਨਾ ਕਿ ਜੇਕਰ ਤੁਹਾਡੇ ਬੱਚੇ ਨੂੰ ਵੀ ਉਨੀ ਥ੍ਰੈਟ ਪਰਸੈਪਸ਼ਨ ਹੈ, ਫਿਰ ਤੁਸੀਂ ਉਹਨੂੰ ਮਾਰਕੀਟ 'ਚ ਜਾਣ ਕਿਉਂ ਦੇ ਰਹੇ ਹੋ? ਤੁਸੀਂ ਉਹਨੂੰ ਜਿਹੜੀ ਵੀ ਆਪਣੇ ਘਰ 'ਚ ਸਹੂਲਤ ਮੁਹੱਈਆ ਕਰਾਓ। ਉਹਨੂੰ ਤੁਸੀਂ ਜਦੋਂ ਰਾਹੁਲ ਗਾਂਧੀ ਜ਼ਿਕਰ ਕਰਦਾ ਹੈ ਕਿ ਥ੍ਰੈਟ ਪਰਸੈਪਸ਼ਨ ਦੇ ਚੱਲਦਿਆਂ ਸਾਨੂੰ ਸਾਰੀ ਪੜ੍ਹਾਈ ਘਰ 'ਚ ਕਰਨੀ ਪਈ, ਸੋ ਇਹ ਆਪਾਂ ਅੱਗੇ ਚੱਲਦੇ ਹਾਂ। ਸਰਦਾਰ ਜਗਤਾਰ ਸਿੰਘ ਜੀ, ਮੈਂ ਤੁਹਾਡੇ ਤੋਂ ਚਾਹੂੰਗਾ ਕਿ ਤੁਸੀਂ ਅਗਲੀ ਗੱਲ ਸ਼ੁਰੂ ਕਰ ਦਿਓ। ਜਿਹੜਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ, ਅੱਜ ਸਵੇਰ ਤੋਂ ਇਹ ਗੱਲ ਤੁਰਨੀ ਸ਼ੁਰੂ ਹੋ ਗਈ ਕਿ ਕੀ INDIA ਮਤਲਬ ਇੰਡੀਆ ਨੇ ਕੋਈ ਕਿਸੇ ਤਰ੍ਹਾਂ ਦਾ ਰਸਮੀ ਸੱਦਾ ਦੇ ਦਿੱਤਾ ਅਕਾਲੀ ਦਲ ਨੂੰ? ਜਿਹੜੀਆਂ ਖਬਰਾਂ ਨਿਕਲਣ ਲੱਗ ਗਈਆਂ, ਕਿਉਂਕਿ ਭੁੰਦੜ ਸਾਹਿਬ ਨੇ ਵੀ ਇੱਥੇ ਟਿੱਪਣੀ ਦਿੱਤੀ, ਵਿਰਸਾ ਸਿੰਘ ਵਲਟੋਆ ਨੇ ਵੀ ਦਿੱਤੀ ਵੀ ਅਸੀਂ ਕੋਈ ਇਸ ਤਰ੍ਹਾਂ ਦੇ ਗੱਠਜੋੜ ਦਾ ਹਿੱਸਾ ਨਹੀਂ ਨਾ ਹੋਣਾ ਹੈ। ਪਰ ਰਾਜਾ ਵੜਿੰਗ ਨੇ ਜਿਹੜਾ ਟਵੀਟ ਕੀਤਾ, ਤੁਸੀਂ ਉਹ ਸਾਰੀਆਂ ਗੱਲਾਂ ਨੂੰ ਅੱਗੇ ਵਧਾ ਦਿਓ। ਦਰਅਸਲ ਇਹ ਵੀ ਰੌਲਾ ਬਣ ਗਿਆ ਸਾਰਾ ਮਾਮਲਾ। ਗੱਲ ਇਹ ਹੈ ਕਿ ਕਈ ਵਾਰੀ ਜਰਨਲਿਸਟ ਇੱਕ ਰਿਐਕਸ਼ਨ ਲੈਣ ਵਾਸਤੇ ਜਾਣ ਕੇ ਮੈਨੂੰ ਲੱਗਦਾ ਫੋਨ ਕਰ ਲਿਆ ਕਿਤੇ, ਲੱਗਦਾ ਭੁੰਦੜ ਸਾਹਿਬ ਨੂੰ ਵੀ ਤੁਸੀਂ ਸ਼ਾਮਲ ਹੋ ਰਹੇ ਹੋ। ਉਹਨਾਂ ਨੇ ਕਹਿਤਾ ਹੋਣਾ ਵੀ ਅਸੀਂ ਤਾਂ ਹੋ ਹੀ ਨਹੀਂ ਸਕਦੇ, ਇਹ ਵੀ ਪੋਸੀਬਲ ਹੈ। ਤੇ ਉਹਨਾਂ ਨੇ ਪਰ ਇਹ ਕਿਹਾ ਕਿ ਸਾਨੂੰ ਫੀਲਰ ਆਏ, ਤੇ ਜਦੋਂ ਇਹ ਕਲੇਮ ਕੀਤਾ ਜਾਵੇ ਕਿ ਫੀਲਰ ਆਏ ਤਾਂ ਵੱਡੀ ਗੱਲ ਹੈ। ਤੇ ਰਾਜਾ ਵੜਿੰਗ ਨੇ ਇਹੀ ਗੱਲ ਕੀਤੀ ਹੈ ਵੀ ਇਹ ਆਪਣਾ ਭਾਅ ਵਧਾਉਣ ਦੀ ਕੋਸ਼ਿਸ਼ ਕਰ ਰਹੇ BJP ਦੇ ਨਾਲ। ਬੜੀ ਸਪਸ਼ਟ ਜੀ ਸਿਚੁਏਸ਼ਨ ਹੋਈ ਵੀ ਹੈ ਇਸ ਵੇਲੇ ਕਿ ਸ਼੍ਰੋਮਣੀ ਅਕਾਲੀ ਦਲ ਦਾ BJP ਤੋਂ ਜਿਹੜਾ ਰਿਸ਼ਤਾ ਟੁੱਟਿਆ, ਉਹ ਛੇਤੀ ਕੀਤਿਆਂ ਬਣਦੇ ਹਜੇ ਅਸਾਰ ਲੱਗ ਨਹੀਂ ਰਹੇ, ਕਿਉਂਕਿ BJP ਵੱਲੋਂ ਵਾਰ-ਵਾਰ ਇਹ ਜਿਹੜੇ ਸਿਗਨਲ ਆ ਰਹੇ ਹੈ ਉਹ ਇਹਨਾਂ ਵਾਸਤੇ ਫੇਵਰੇਬਲ ਨਹੀਂ ਹੈ। ਤਾਂ ਉਸ ਸਿਚੁਏਸ਼ਨ ਦੇ ਵਿੱਚ ਕੀ ਇਹ ਕਾਂਗਰਸ ਨਾਲ ਜਾ ਸਕਦੇ ਆ? ਗੱਲ ਇਹ ਹੈ
ਮੇਰੇ ਖਿਆਲ ਦੇ ਵਿੱਚ ਜਿਹੜੀ ਗੱਲ ਆਪਰੇਸ਼ਨ ਬਲੂ ਸਟਾਰ ਦੀ ਹੈ ਤੇ ਐਂਟੀ ਕਾਂਗਰਸਿਜ਼ਮ ਅਕਾਲੀ ਦਲ ਦਾ ਹੈ, ਉਹਦੀ ਬੈਕਗ੍ਰਾਉਂਡ ਕਈ ਤਰ੍ਹਾਂ ਦੀ ਹੋਰ ਵੀ ਸੀ। ਉਸ ਤੋਂ ਬਾਅਦ ਤਾਂ ਬੜੀ ਸਿਚੁਏਸ਼ਨ ਚੇਂਜ ਹੋ ਚੁੱਕੀ ਹੈ। ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਕਾਂਗਰਸ ਨੂੰ ਪਾਵਰ 'ਚ 2 ਵਾਰੀ ਲਿਆਂਦਾ ਹੈ, ਸੋ ਉਹ ਰਿਸ਼ਤਾ ਬਦਲ ਚੁੱਕਿਆ ਹੈ। ਤੇ ਜਿਹੜੀ ਬੀਜੇਪੀ ਨਾਲ ਇਹ ਸਾਂਝ ਸੀ ਅਕਾਲੀ ਦਲ ਦੀ, ਉਹ ਵੀ ਉਹਦੇ ਪਿੱਛੇ ਕੁਝ ਹੋਰ ਗੱਲਾਂ ਸੀਗੀ। ਲੇਕਿਨ ਹੁਣ ਤੱਕ ਕੰਕਰੀਟ ਲੈਵਲ ਤੇ ਮੈਂ ਦੇਖ ਰਿਹਾ ਸੀਗਾ ਕਿ ਸ਼ਾਮ ਤੱਕ ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇੱਥੇ ਕੋਈ ਸਿਗਨਲ ਆਵੇ ਜਾਂ ਉਹ ਕੁਝ ਟਵੀਟ ਕਰਨ। ਉਹ ਹੁਣ ਤੱਕ ਚੁੱਪ ਹੈਗੇ ਇਸ ਗੱਲ ਤੇ। ਬਾਕੀ ਜਿਹੜੇ ਲੀਡਰ ਹੈਗੇ ਹੈ ਇਹ ਮੈਟਰ ਨਹੀਂ ਕਰਦੇ ਇਸ ਮਾਮਲੇ ਤੇ, ਔਰ ਨਾ ਹੀ ਰਾਜਾ ਵੜਿੰਗ ਮੈਟਰ ਕਰਦੇ ਆ। ਜੇ ਕੱਲ ਨੂੰ ਕਾਂਗਰਸ ਨੇ ਜਾਂ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਨੇ ਕੋਈ ਫੈਸਲਾ ਕਰਨਾ ਹੈ ਤਾਂ ਜਿਹੜੇ ਇਹ ਲੀਡਰ ਰਿਐਕਟ ਕਰ ਰਹੇ ਹੈ ਨਾ, ਇਹਨਾਂ ਨੂੰ ਪੁੱਛ ਕੇ ਨਹੀਂ ਕਰਨਾ। ਨਾ ਹੀ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਬਾਦਲ ਸਾਹਿਬ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੀਜੇਪੀ ਨਾਲ ਫੈਸਲਾ ਕੀਤਾ ਸੀ ਉਹਨਾਂ ਨੂੰ ਸਪੋਰਟ ਦੇਣ ਦਾ ਅਨਕੰਡੀਸ਼ਨਲ, ਉਹਨਾਂ ਨੇ ਉਦੋਂ ਨੇੜੇ ਸਭ ਤੋਂ ਉਸ ਵੇਲੇ ਵੀ ਸਰਦਾਰ ਭੁੰਦੜ ਸੀਗੇ, ਉਹਨਾਂ ਨੇ ਇਹਨਾਂ ਨੂੰ ਪੁੱਛਿਆ ਤੱਕ ਨਹੀਂ ਸੀਗਾ। ਸੋ ਇਹਨਾਂ ਨੂੰ ਪੁੱਛ ਕੇ ਕਿਸੇ ਨੇ ਫੈਸਲਾ ਨਹੀਂ ਕਰਨਾ, ਉਹ ਫੈਸਲਾ ਹੋਰ ਲੈਵਲ ਤੇ ਹੋਣਾ ਹੈ। ਲੇਕਿਨ ਮੇਰੇ ਖਿਆਲ ਦੇ ਵਿੱਚ ਹਜੇ ਇਹ ਸਾਰੀ ਗੱਲ ਹਵਾ ਦੇ ਵਿੱਚ ਹੀ ਹੈ। ਜੀ, ਇਸ ਸੰਬੰਧੀ ਸਰਦਾਰ ਹਰਮੀਤ ਸਿੰਘ ਜੀ ਨੇ ਪਹਿਲਾਂ ਥੋੜਾ ਕਲੀਅਰ ਕਰਤਾ ਸੀ ਅਕਾਲੀ ਦਲ ਦੇ ਲੀਡਰਾਂ ਨਾਲ ਗੱਲਬਾਤ ਕਰਨ ਤੋਂ ਕਿ ਕੋਈ ਵਿਧੀਵਤ ਐਸਾ ਸੱਦਾ ਨਹੀਂ ਸੀ ਆਇਆ, ਕਿਸੇ ਐਮਪੀ ਨੇ ਭੁੰਦੜ ਸਾਹਿਬ ਨਾਲ ਗੱਲ ਕੀਤੀ ਐਵੇਂ ਰਸਮ ਮਾਤਰ ਵੀ ਹੁਣ ਤੁਹਾਨੂੰ ਆ ਜਾਣਾ ਚਾਹੀਦਾ, ਤੇ ਉੱਥੋਂ ਗੱਲ ਅੱਗੇ ਇੰਨੀ ਬਣ ਗਈ। ਸਰਦਾਰ ਹਰਮੀਤ ਸਿੰਘ ਜੀ ਇੱਕ ਵਾਰੀ ਕਲੀਅਰ ਕਰ ਦਿਓ। ਪਰ ਨਾਲ ਦੀ ਨਾਲ ਦੂਜਾ ਮਾਮਲਾ ਵੀ ਇੱਥੇ ਲੈਣਾ ਬੜਾ ਜ਼ਰੂਰੀ ਆ। ਅਕਾਲੀ ਦਲ ਨੇ ਆਪਣੇ ਕਾਫੀ ਸਾਰੇ ਜ਼ਿਲ੍ਹਾ ਪ੍ਰਧਾਨ ਲਾਤੇ ਆ, ਦਰਜਨ ਤੋਂ ਵੱਧ ਲਾਤੇ ਆ ਜੀ ਇੱਕੋ ਵਾਰੀ 'ਚ, ਲੇਕਿਨ ਬੰਦੇ ਸਾਰੇ ਨਵੇਂ ਚਿਹਰੇ ਆ। ਜਿਹੜੀ ਮੰਗ ਹੋ ਰਹੀ ਸੀ ਕਿ ਲੀਡਰਸ਼ਿਪ ਬਦਲੋ, ਮੈਨੂੰ ਲੱਗਦਾ ਥੱਲਿਓਂ ਸ਼ੁਰੂ ਕੀਤੀ ਹੈ ਜੀ। ਅਸਲ ਦੇ ਵਿੱਚ ਜਿਹੜਾ ਇਹ ਹੈ ਕਿ ਅਕਾਲੀ ਦਲ ਨੂੰ ਬੁਲਾਇਆ ਗਿਆ, ਅਕਾਲੀ ਦਲ ਨੂੰ ਬੁਲਾਇਆ ਨਹੀਂ, ਮੇਰੇ ਖਿਆਲ ਉਹ ਜਿਨ੍ਹਾਂ ਨਾਲ ਜਨਤਾ ਦਲ ਜੂ ਤੇ ਸਰਦ ਪਵਾਰ ਕੁਝ ਨਾਲ ਪਹਿਲਾਂ ਇਕੱਠੇ ਵੀ ਰਹੇ ਨੇ ਨਾ ਕਿਸੇ ਰੂਪ ਦੇ ਵਿੱਚ। ਉਦੋਂ ਕਿਸੇ ਐਮਪੀ ਨੇ ਭੁੰਦੜ ਸਾਹਿਬ ਨਾਲ ਗੱਲ ਕੀਤੀ ਵੈਸੇ ਵੀ ਤੁਸੀਂ ਹੁਣ ਇਕੱਲੇ ਪੰਜਾਬ 'ਚ, ਬਾਕੀ ਦਾ ਤਾਂ ਬਣ ਹੀ ਰਿਹਾ, ਤੇ ਤੁਸੀਂ ਵੀ ਸੋਚ ਲਓ ਕੁਛ। ਮਤਲਬ ਆਫੀਸ਼ੀਅਲ ਤਾਂ ਨਹੀਂ ਹੈ, ਨਾ ਪਾਰਟੀ ਦੇ ਪ੍ਰਧਾਨ ਨਾ ਪਾਰਟੀ ਦੇ ਕਿਸੇ ਹੋਰ ਮੇਨ ਬੰਦੇ ਵਾਲੀ ਤਾਂ ਗੱਲ ਨਹੀਂ, ਪਰ ਉਹਨਾਂ ਦਾ ਕਹਿਣਾ ਆਟੋਮੈਟਿਕਲੀ ਇਹ ਹੈ ਅਕਾਲੀਆਂ ਦਾ, ਕਿਉਂਕਿ ਉਹ ਬੀਜੇਪੀ ਨਾਲ ਵੀ ਹਜੇ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਪਿੱਛੇ ਜੇ ਸਟੈਂਡ ਲਿਆ, ਖਾਸ ਤੌਰ ਤੇ ਹਰਿਆਣੇ ਦੀ ਇਲੈਕਸ਼ਨ ਨੂੰ ਲੈ ਕੇ BRSS ਕਾਂਗਰਸ ਇਹ ਸਾਰੇ ਰਲ ਕੇ ਕਿਵੇਂ ਪੰਥ ਨੂੰ ਤੋੜ ਰਹੇ ਨੇ ਜਾਂ ਬਾਕੀ ਹੋ ਰਿਹਾ, ਇਹ ਸਾਰੇ ਮੈਨੂੰ ਲੱਗਦਾ ਜਿਹੜੇ ਐਫਰਟਸ ਹੁੰਦੇ ਨੇ, ਕੋਸ਼ਿਸ਼ ਹੁੰਦੀ ਹੈ ਕਦੇ ਥੋੜਾ ਜਿਹਾ ਮੁਹੱਬਤ ਦਿਖਾਉਣ ਦੀ, ਕਦੇ ਥੋੜਾ ਜਿਹਾ ਦੂਰ ਰਹਿਣ ਦੀ, ਇਹ ਹੁੰਦਾ ਤਾਂ ਇੱਕ ਪ੍ਰੈਸ਼ਰ ਟੈਕਟਿਕਸ ਨੂੰ ਕਿਹਾ ਜਾ ਸਕਦਾ ਕਿ ਜੇਕਰ ਸਿਧਾਂਤਕ ਤੌਰ ਤੇ ਕੋਈ ਪ੍ਰੋਬਲਮ ਨਹੀਂ ਹੈ ਜੇ ਅਲਾਇੰਸ ਬਣਦਾ ਹੈ ਜਿਹੜਾ ਬੀਜੇਪੀ ਵਾਲਾ, ਤੇ ਉਧਰ ਅਜੇ ਪ੍ਰੋਬਲਮ ਇਹਨਾਂ ਨੂੰ ਹੈ ਕਿਉਂਕਿ ਇਹਨਾਂ ਦਾ ਸਟੈਂਡ ਬਹੁਤ ਜ਼ਿਆਦਾ ਸਖਤ ਹੈ ਕਾਂਗਰਸ ਦੇ ਨਾਲ ਕਿਸੇ ਨਾ ਕਿਸੇ ਰੂਪ 'ਚ। ਉਸ ਕਾਂਗਰਸ ਐਂਟੀ ਕਾਂਗਰਸਿਜ਼ਮ ਤੇ ਹੀ ਅਕਾਲੀ ਦਲ ਨੇ ਪਿਛਲੇ 25-30 ਸਾਲ ਲਾਏ ਨੇ, ਬਾਕੀ ਪੋਜ਼ਿਟਿਵ ਦੂਜੇ ਏਜੰਡੇ ਦੀ ਬਜਾਏ, ਕਿਉਂਕਿ ਇਸੇ ਲਈ 84 ਵਾਲੇ ਬੰਦੇ ਇੱਥੇ ਬਾਰ-ਬਾਰ ਹਰ ਚੋਣ 'ਚ ਲਿਆਉਣਾ, ਹਰ ਗੱਲ ਦੇ ਵਿੱਚ ਕਰਨਾ, ਜਿਹੜੇ ਵੀ ਵਿਕਟਮ ਨੇ, ਪੀੜਤ ਨੇ ਸਾਰੇ ਕਿ ਇਹ ਜ਼ਿੰਮੇਵਾਰ ਨੇ, ਉਹ ਤਰੀਕਾ ਇਸੇ ਲਈ ਚੱਲਦਾ ਰਿਹਾ। ਹੁਣ ਪਰ ਜੇ ਮੰਨ ਲਓ ਕੋਈ ਇਨ ਕੇਸ ਕੋਈ ਗੱਲ ਵੀ ਹੁੰਦੀ ਹੋਵੇ, ਫਿਰ ਤਾਂ ਰੌਲਾ ਹੀ ਨਹੀਂ, ਫਿਰ ਤਾਂ ਸਾਰੀਆਂ ਪਾਰਟੀਆਂ ਇੱਕ ਸਾਈਡ ਤੇ ਹੋ ਜਾਣ ਪੰਜਾਬ 'ਚ ਬੀਜੇਪੀ ਨੂੰ ਛੱਡ ਕੇ, ਤੇ ਉਹਨਾਂ ਦਾ ਪੁੱਗਣਾ ਵੀ ਨਹੀਂ, ਕਿਉਂਕਿ ਹਾਲਾਤ ਮੁਤਾਬਕ ਵੀ ਨਹੀਂ ਇਹ ਗੱਲ ਹੋ ਰਹੀ। ਵੈਸੇ ਇਹ ਤੋਂ ਪਹਿਲਾਂ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ, ਜਾਂ ਉਹਨਾਂ ਦਾ ਇੱਕ ਥੀਸਿਸ ਸੀ ਵੀ ਜਿਹੜੀਆਂ ਮਿਨੋਰਟੀਜ਼ ਨੇ ਇਹਨਾਂ ਨੂੰ ਪਰਮਾਨੈਂਟ ਕਿਸੇ ਨਾਲ ਅਲਾਇੰਸ ਨਹੀਂ ਕਰਨਾ ਚਾਹੀਦਾ। ਆਫਟਰ ਇਲੈਕਸ਼ਨ ਤੋਂ ਦੇਖ ਕੇ ਆਪਣੀ ਤਾਕਤ ਕਿਹੜੇ ਤੋਂ ਜ਼ਿਆਦਾ ਗੱਲ ਬਣਵਾਈ ਜਾ ਸਕਦੀ ਹੈ, ਕਿਹੜੇ ਤੋਂ ਨਹੀਂ, ਆਪਣੇ ਵਰਤੋਂ ਜਿਹੜੀ ਆਪਣਾ ਸਿਆਸੀ ਪ੍ਰਭਾਵ ਹੈ ਉਸ ਤਰੀਕੇ ਨਾਲ ਕਰਨਾ ਚਾਹੀਦਾ ਕਿਸੇ ਨਾ ਕਿਸੇ ਰੂਪ 'ਚ, ਨਾ ਕੱਟੜ ਦੁਸ਼ਮਣ ਨਾ ਕੱਟੜ ਦੋਸਤੀ ਵਾਲੀ ਗੱਲ। ਪਤਾ ਨਹੀਂ ਹੁਣ ਹਜੇ ਅਕਾਲੀ ਦਲ ਨੇ, ਕਿਉਂਕਿ 84 ਤੋਂ ਬਾਅਦ ਅਸਲ 'ਚ ਇੱਕ ਧਿਰ ਨਾਲ ਪਰਮਾਨੈਂਟ ਤੋੜ ਵਿਛੋੜਾ ਤੇ ਦੂਜੀ ਧਿਰ ਨਾਲ ਪਰਮਾਨੈਂਟ ਅਨਕੰਡੀਸ਼ਨਲ ਅਲਾਇੰਸ ਕਰ ਲਿਆ, ਜਿਹਦੇ ਕਰਕੇ ਇਹ ਚੀਜ਼ ਚੱਲ ਰਹੀ ਹੈ। ਉਹ ਕਹਿ ਰਹੇ ਨੇ ਅਸੀਂ ਤਾਂ ਪੰਜਾਬ ਦਾ ਹੀ, ਪੰਜਾਬ ਬਚਾਓ ਕੋਈ ਫਰੰਟ ਬਣਾ ਸਕਦੇ ਹਾਂ। ਹੁਣ ਪੰਜਾਬ ਬਚਾਓ ਫਰੰਟ 'ਚ ਕੌਣ ਬਚਿਆ, ਕਿਹਨਾਂ ਨੂੰ ਕਰਨਗੇ, ਕੋਈ ਮੀਟਿੰਗ ਸੱਦੀ ਨਹੀਂ ਸੱਦੀ, ਕਿਹੜੀਆਂ ਧਿਰਾਂ ਬਚੀਆਂ ਨੇ, ਫਿਰ ਇਹਨਾਂ ਮੇਨ ਸਟ੍ਰੀਮ ਉਹਦੇ ਤੋਂ ਲੈ ਕੇ ਇਹ ਅਜੇ ਦੇਖਣਾ ਹੋਏਗਾ। ਅਜੇ ਕੋਈ ਪਹਿਲ ਕਦਮੀ ਤਾਂ ਨਹੀਂ ਦੇਖੀ ਪੰਜਾਬ ਬਚਾਓ ਫਰੰਟ ਦੀ ਕਿਸੇ ਟਾਈਪ ਦੀ ਵੀ ਕਿਸੇ ਨੂੰ ਸੱਦਿਆ ਗਿਆ ਹੋਵੇ ਜੀ। ਦੂਜੀ ਗੱਲ ਜਿਹੜੇ ਅਹੁਦੇਦਾਰਾਂ ਦਾ ਸਵਾਲ ਹੈ, ਮੈਨੂੰ ਇਹ ਲੱਗਦਾ ਕਿ ਇਹਦੇ ਪਿੱਛੇ ਇੱਕ ਰੀਜਨ ਇਹ ਹੈ ਕਿ ਜਿਹੜੇ ਸੱਜਣ ਝੁੰਦਾ ਕਮੇਟੀ ਦੇ ਵਿੱਚ ਸੀਗੇ, ਕੁਝ ਹੋਰਾਂ ਕਮੇਟੀਆਂ ਸੀ ਜਿਹੜਾ ਚ ਜ਼ਿਲ੍ਹਾ ਪ੍ਰਧਾਨ ਕਈ ਸੀਗੇ, ਕਈਆਂ ਦੇ ਜ਼ਿਲ੍ਹਾ ਪ੍ਰਧਾਨ, ਉਹਨਾਂ ਨੂੰ ਐਡਜਸਟ ਕਰਨ ਲਈ ਕਿਸੇ ਨੂੰ ਕੋਰ ਕਮੇਟੀ ਚ ਪਾ ਲਿਆ, ਕਿਸੇ ਨੂੰ ਮੀਤ ਪ੍ਰਧਾਨ, ਕਿਸੇ ਨੂੰ ਕੁਝ, ਉਹ ਕਾਫੀ ਉੱਚੇ ਉਠਾਤੇ ਨੇ ਜ਼ਿਲ੍ਹਾ ਪ੍ਰਧਾਨਗੀ ਦੀ ਬਜਾਏ ਜਿਹੜੇ ਸਾਰੇ ਬੰਦੇ ਨੇ। ਤਾਂ ਫਿਰ ਜਦ ਉਹ ਜ਼ਿਆਦਾ ਉੱਚੇ ਉਠਾਤੇ ਜਿਹੜੇ ਪਹਿਲਾਂ ਕਦੇ ਜ਼ਿਲ੍ਹਾ ਪ੍ਰਧਾਨ ਸੀ, ਉਹ ਹੁਣ ਕੋਰ ਕਮੇਟੀ ਚ ਆ ਗਏ ਨੇ,
ਤਾਂ ਉਹਨਾਂ ਦੀ ਜਗ੍ਹਾ ਨਵੇਂ ਬੰਦੇ ਲੱਗ ਗਏ ਨੇ। ਕੋਈ ਬਹੁਤਾ ਆਈਡੀਓਲੋਜਿਕ ਅਪਰੋਚ ਦਾ ਡਿਫਰੈਂਸ ਨਹੀਂ ਨਜ਼ਰ ਆ ਰਿਹਾ, ਉਹ ਬੰਦੇ ਹੀ ਚੱਕ ਕੇ ਉੱਥੇ ਲੈ ਗਏ ਹੋ ਤੁਸੀਂ ਜਿਹੜੇ ਬੰਦੇ ਬਾਕੀ ਸੀਗੇ। ਤੇ ਫਿਰ ਹੁਣ ਦੋ ਤਾਂ ਬਣਾਏ ਨਹੀਂ ਜਾ ਸਕਦੇ ਕਿ ਇਹਨੂੰ ਵੀ ਬਣਾ ਦਿਓ, ਇਹਨੂੰ ਵੀ ਬਣਾ ਦਿਓ, ਜਾਂ ਇਸ ਲੈਵਲ ਦੀਆਂ ਗੱਲਾਂ। ਪਰ ਸਰਦਾਰ ਹਮੀਰ ਸਿੰਘ ਜੀ, ਪਹਿਲਾਂ ਇਹ ਮੰਨਿਆ ਜਾਂਦਾ ਸੀਗਾ ਉੱਪਰਲਾ ਪ੍ਰਧਾਨ, ਜ਼ਿਲ੍ਹੇ ਦਾ ਪ੍ਰਧਾਨ, ਇਸ ਤਰ੍ਹਾਂ ਦੇ ਦੋ ਹੀ ਅਹੁਦੇ ਹੁੰਦੇ ਆ ਜਿਹੜੇ ਕਾਰਜਸ਼ੀਲ ਹੁੰਦੇ। ਜ਼ਿਲ੍ਹੇ ਦੇ ਪ੍ਰਧਾਨ ਦਾ ਮਤਲਬ ਹੁੰਦਾ ਹੈ ਵੀ ਉਹ ਕਾਫੀ ਅਹਿਮ ਅਹੁਦੇਦਾਰੀ, ਦਾਅਵੇਦਾਰੀ, ਉਹ ਸੰਗਠਨ ਦਾ ਚੰਗਾ ਬੰਦਾ ਹੁੰਦਾ ਹੈ ਤੇ ਉਹ ਜ਼ਿਲ੍ਹੇ ਦੇ ਵਿੱਚ ਉਹਦੀ ਧੌਂਸ ਰਹਿੰਦੀ ਆ। ਤੇ ਜਦੋਂ ਕਿਤੇ ਸਰਕਾਰ ਆਉਂਦੀ ਹੈ, ਵਜ਼ੀਰੀ 'ਚ ਨੰਬਰ ਵੀ ਉਹਦਾ ਪਹਿਲਾ ਹੁੰਦਾ। ਇਹ ਜਦੋਂ 13 ਪ੍ਰਧਾਨ ਹੁੰਦੇ ਸੀ ਤੇ ਬਹੁਤਿਆਂ ਨੂੰ ਉਹਨਾਂ ਨੂੰ ਕੈਬਨਿਟ ਮਿਨਿਸਟਰੀ ਮਿਲ ਜਾਂਦੀ ਹੁੰਦੀ ਸੀ। ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਜ਼ਿਲ੍ਹਿਆਂ ਦੇ ਵਿੱਚ ਵੱਡੇ ਆਗੂਆਂ ਦਾ ਵੱਡਾ ਔਰਾ ਹੈ, ਉਹਨੂੰ ਵੀ ਛਾਂਗਿਆ ਗਿਆ। ਮੈਨੂੰ ਲੱਗਦਾ ਇਹ ਵਰਤਾਰਾ ਬਹੁਤ ਪੁਰਾਣਾ ਹੋ ਚੁੱਕਿਆ ਹੈ, ਇਹ ਨਹੀਂ ਚੱਲ ਰਿਹਾ ਪਿਛਲੇ ਕਾਫੀ ਸਮੇਂ ਤੋਂ। ਔਰ ਕਿੰਨੇ ਸੀ, ਝੁੰਦਾ ਜ਼ਿਲ੍ਹਾ ਦਾ ਸੰਗਰੂਰ ਦਾ ਪ੍ਰਧਾਨ ਰਿਹਾ, ਕਿਹੜੀ ਮਿਨਿਸਟਰੀ ਮਿਲੀ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਹੈ? 10 ਸਾਲ ਰਹੀ ਹੈ, ਕਿਤੇ ਕੁਛ ਨਹੀਂ ਹੋਇਆ। ਡਿਫਰੈਂਟ ਟਾਈਪ ਦੇ ਹੋਰ ਕਿੰਨੇ ਨੇ ਜਿਹੜੇ ਨੂੰ ਕੀਤਾ ਗਿਆ ਤੇ ਨਹੀਂ ਮਿਲਿਆ ਉਸ ਲੈਵਲ ਦੇ ਉੱਤੇ। ਪਰ ਗੱਲ ਇਹ ਜ਼ਰੂਰ ਹੈ ਕਿ ਕੁਝ ਉਹੋ ਜਿਹੇ ਵੀ ਸੀਗੇ ਜਿਹੜੇ ਆਲਰੇਡੀ ਉਹ ਮਿਨਿਸਟਰੀ ਦੇ ਮਾਮਲੇ 'ਚ, ਜਿਵੇਂ ਮਲੂਕਾ ਸੀ, ਮਲੂਕਾ ਪਹਿਲਾਂ ਵੀ ਮਿਨਿਸਟਰ ਇਸ ਕਰਕੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਵੀ ਮਿਨਿਸਟਰੀ ਦੇ ਵਿੱਚ ਆ ਜਾਂਦੇ ਸੀ। ਉਹ ਇੱਕ ਪਹਿਲੂ ਅਲੱਗ ਦਿਖਦਾ। ਪਰ ਜਿਹੜਾ ਅਪਰੋਚ ਸੀ ਜਦੋਂ ਅਕਾਲੀ ਦਲ ਦੇ ਸਰਕਲ ਜਥੇਦਾਰ ਦੀ ਵੀ ਇੰਨੀ ਚੱਲਦੀ ਸੀ ਨਾ ਕਿ ਉਹਦੀ ਰਿਕਮੈਂਡੇਸ਼ਨ ਤੇ ਟਿਕਟ ਮਿਲਦੀ ਸੀ ਕਿ ਇਸ ਹਲਕੇ ਜਿੱਤਣਾ ਕੌਣ ਹੈ, ਤੇ ਫਿਰ ਉਹ ਜ਼ਿਲ੍ਹਾ ਬਾਡੀ ਨੂੰ ਰਿਕਮੈਂਡ ਕਰਦਾ ਸੀ। ਫਿਰ ਜ਼ਿਲ੍ਹਾ ਬਾਡੀ ਉੱਪਰ ਭੇਜਦੀ ਸੀ ਉਹਨੂੰ, ਉਹਦੀ ਅਵਗਿਆ ਨਹੀਂ ਸੀ ਹੋ ਸਕਦੀ ਉੱਪਰੋਂ ਛੇਤੀ ਕੀਤਿਆ ਮਾੜੀ ਮੋਟੀ ਛੇੜਛਾੜ ਤੋਂ ਬਿਨਾਂ। ਉਹ ਜਥੇਦਾਰੀ ਵਾਲਾ ਦੌਰ ਖਤਮ ਹੋ ਗਿਆ ਮੇਰੇ ਖਿਆਲ ਨਾਲ ਬੜੇ ਲੰਬੇ ਸਮੇਂ ਤੋਂ। ਔਰ ਜਦੋਂ PA CA OSD ਇਹ ਜ਼ਿਆਦਾ ਡੋਮੀਨੇਟ ਕਰ ਜਾਣ ਨਾ, ਫਿਰ ਜਥੇਬੰਦੀ ਡੋਮੀਨੇਟ ਨਹੀਂ ਕਰਦੀ ਪ੍ਰਧਾਨਾਂ ਵਾਲੀ ਉਸ ਪੱਧਰ ਦੇ ਉੱਤੇ। ਇਹੀ ਅਕਾਲੀ ਦਲ ਦਾ ਕ੍ਰਾਈਸਿਸ ਹੈ। ਜਿੰਨਾ ਚਿਰ ਜਥੇਦਾਰ ਬਾਹ ਫੜਦਾ ਸੀ ਕਿਸੇ ਮਿਨਿਸਟਰ ਦੀ ਤੇ ਉਹਦੀ ਔਕਾਤ ਨਹੀਂ ਸੀ ਹੁੰਦੀ ਉਹਨੂੰ ਛੱਡ ਕੇ ਉਹਦੀ ਗੱਲ ਮੰਨੇ ਬਿਨਾਂ ਅੱਗੇ ਤੁਰਨ ਦੀ, ਉਹ ਅਕਾਲੀ ਦਲ ਸੀ ਅਸਲ 'ਚ, ਜਿਹੜਾ ਪੰਥ, ਜਿਹੜਾ ਜਿਹਦੀਆਂ ਰੂਟਸ ਸੀਗੀਆਂ। ਔਰ ਜਿਹੜੇ ਜਥੇਦਾਰ ਤੋਤਾ ਸਿੰਘ ਨੂੰ ਵਿਧਾਨ ਸਭਾ ਦੇ ਬਾਹਰ ਫੜ ਕੇ ਖੜ ਕੇ 97 ਤੱਕ ਵੀ, ਅਜੇ ਪਹਿਲੀ ਇਲੈਕਸ਼ਨ ਜਦੋਂ ਇਹ ਹੋਇਆ, ਉਹਨੂੰ ਕਹਿੰਦਾ ਤੂੰ ਅੰਦਰ ਜਾ ਕੇ ਬਹਿ ਜਾਏਗਾ ਉੱਥੇ 5 ਘੰਟੇ, ਮੈਂ ਬਾਹਰ ਕਿੱਥੇ ਫਿਰਦਾ ਕਰੂੰ, ਇਹਦੇ ਬਾਹਰ ਠੁੰਗ ਮੇਰੇ ਇਹਦੇ ਤੇ ਫਾਈਲ ਦੇ ਉੱਤੇ। ਤੇ ਇਹ ਤਾਕਤ ਜਿਹੜੀ ਨਾ ਬਾਹ ਫੜਨ ਦੀ ਸੀ, ਉਹ ਦੌਰ ਚਲਾ ਗਿਆ ਪਿਛਲੇ ਕਾਫੀ ਲੰਮੇ ਸਮੇਂ ਤੋਂ, ਜਿਹਦੇ ਕਰਕੇ ਫਿਰ ਪਾਰਟੀ 'ਚ ਜਾਨ ਨਹੀਂ ਬਚੀ ਉਹ ਮੋਰਚੇ ਲਾਉਣ ਦੀ ਤੇ ਬਾਕੀਆਂ ਚੀਜ਼ਾਂ ਦੀ। ਤੇ ਹੁਣ ਨੋਮੀਨੇਟਡ ਨੇ ਸਾਰੇ। ਨੋਮੀਨੇਟਡ ਦੇ ਵਿੱਚੋਂ ਜੇ ਕੋਈ ਚੱਜ ਦਾ ਜ਼ਿਲ੍ਹਾ ਪ੍ਰਧਾਨ ਸੀ, ਤੁਹਾਡੇ ਨਾਲ ਮਾੜੀ ਜੀ ਬਾਤ ਨਹੀਂ ਮਿਲਦੀ, ਉਹ ਤੁਸੀਂ ਹਟਾ ਸਕਦੇ ਹੋ, ਹਟਾਤਾ ਕਿ ਦੂਜਾ ਲਾਤਾ। ਇਹਦੇ 'ਚ ਇਹ ਨਿਟੀਗ੍ਰਿਟੀ ਜ਼ਿਆਦਾ ਹੈ ਮੇਰੇ ਖਿਆਲ ਨਾਲ। ਦੂਜੇ ਇੱਕ ਵੀ ਬੀਬੀ 15 ਚੋਂ ਕੋਈ ਬੀਬੀ ਅਕਾਲੀ ਦਲ ਦੇ ਵਿੱਚ, ਕੋਈ ਕੋਰ ਕਮੇਟੀ, ਕੋਈ ਜ਼ਿਲ੍ਹਾ ਪ੍ਰਧਾਨ, ਬੀਬੀਆਂ ਦੇ ਸਾਰੇ ਮਾਮਲਿਆਂ ਦੇ ਵਿੱਚੋਂ ਕਿਤੇ ਨਹੀਂ ਤੁਹਾਨੂੰ ਲੱਭਿਆ ਕੋਈ ਕੰਪੀਟੈਂਟ ਆਦਮੀ ਕਿਸੇ ਵੀ ਰੂਪ ਦੇ ਵਿੱਚ। ਜਾਂ ਕੇਵਲ ਉਹ ਵਿੰਗੇ ਰਹੂਗਾ ਅਲੱਗ, ਇਹ ਸਾਰੇ ਵਿੰਗ ਹੋ ਜਾਣਗੇ, ਤੇਰਾ SC ਵਿੰਗ, ਤੇਰਾ ਬੀਬੀ ਔਰਤਾਂ ਦਾ ਵਿੰਗ, ਤੇਰਾ ਬਾਕੀ ਵਿੰਗ। ਤੇ ਪ੍ਰਧਾਨਗੀਆਂ 'ਚ ਨਹੀਂ ਇਹ ਵਿੰਗ, ਮਤਲਬ ਓਰੀਜਨਲ ਮੇਨ ਪਾਰਟੀ 'ਚ ਨਹੀਂ ਚਾਹੀਦਾ ਇਹ ਸਾਰਾ ਸੈਟਅਪ ਉਹਦੀ ਉਸ ਰੇਸ਼ੋ ਦੇ ਵਿੱਚ ਲਿਆ ਕੇ ਕਿ ਉਹ ਵੀ ਤਾਂ ਪੂਰੀ ਉਹਨੂੰ ਚਲਾ ਸਕਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਸਾਰਾ ਕੁਝ ਨਹੀਂ ਮੇਰੇ ਖਿਆਲ ਦੇਖਿਆ ਜਾ ਰਿਹਾ ਉਸ ਪੱਧਰ ਦੇ ਉੱਤੇ। ਸਰਦਾਰ ਜਗਤਾਰ ਸਿੰਘ ਜੀ, ਗੱਲ ਇਹ ਹੈ ਕਿ ਬੇਸਿਕ ਇਸ਼ੂ ਪਾਰਟੀ ਨੂੰ ਰਿਵਾਈਵ ਕਰਨ ਦਾ ਹੈ ਕਿ ਉੱਪਰੋਂ ਬੰਦੇ ਇੰਪੋਜ਼ ਕਰਕੇ ਪਾਰਟੀ ਰਿਵਾਈਵ ਕੀਤੀ ਜਾ ਸਕਦੀ ਹੈ। ਅਕਾਲੀ ਦਲ ਦੀਆਂ ਕੁਝ ਟ੍ਰੈਡੀਸ਼ਨਸ ਹੈਗੀਆਂ, ਬਾਕੀ ਪਾਰਟੀਆਂ ਨਾਲੋਂ ਇਹ ਪਾਰਟੀ ਬਿਲਕੁਲ ਵੱਖਰੀ ਸੀਗੀ। ਜਿਸ ਪਾਰਟੀ ਦੀਆਂ ਜੜ੍ਹਾਂ ਪੰਥ ਦੇ ਵਿੱਚ ਹੋਣ ਤੇ ਪੰਥ ਦੇ ਵਿੱਚ ਪੂਰੀ ਡੈਮੋਕ੍ਰੇਸੀ ਹੋਵੇ, ਸਿਸਟਮੈਟਿਕ, ਇਹ ਪਾਰਟੀ ਗ੍ਰਾਸਰੂਟ ਨਾਲ ਵੱਜੀ ਸੀਗੀ ਤੇ ਥੱਲਿਓਂ ਇਲੈਕਸ਼ਨ, ਡੈਲੀਗੇਟਸ ਦੀ ਇਲੈਕਸ਼ਨ ਹਰ ਲੈਵਲ ਤੇ ਇਲੈਕਟ ਕਰਕੇ ਅੱਗੇ ਸਰਕਲ ਜਥੇਦਾਰ, ਡੈਲੀਗੇਟਸ, ਉੱਪਰ ਤੱਕ ਸਿਸਟਮ ਚੱਲਦਾ ਸੀ। ਔਰ ਡੈਲੀਗੇਟਸ ਪਾਰਟੀ ਪ੍ਰਧਾਨ ਇਲੈਕਟ ਕਰਦੇ ਸੀਗੇ। ਜੇ ਪਾਰਟੀ ਰਿਵਾਈਵ ਕਰਨੀ ਹੈ ਫਿਰ ਉੱਪਰੋਂ ਨੋਮੀਨੇਸ਼ਨ ਕਰਕੇ ਨਹੀਂ, ਥੱਲਿਓਂ ਤੁਹਾਨੂੰ ਭਾਵੇਂ 6 ਮਹੀਨੇ ਲੱਗ ਜਾਣ, ਸਾਲ ਲੱਗ ਜਾਏ, ਤੁਸੀਂ ਗ੍ਰਾਸ ਰੂਟ ਤੋਂ ਪਾਰਟੀ ਦੀ ਮੋਬਿਲਾਈਜੇਸ਼ਨ ਸ਼ੁਰੂ ਕਰੋ, ਪਾਰਟੀ ਦਾ ਇਲੈਕਸ਼ਨ ਸਿਸਟਮ ਸ਼ੁਰੂ ਕਰੋ। ਜੇ ਪਾਰਟੀ ਰਿਵਾਈਵ ਕਰਨੀ ਹੈ ਤਾਂ ਥੱਲਿਓਂ ਲੋਕ ਇਲੈਕਟ ਹੋ ਕੇ ਆਉਣ ਜਿਨ੍ਹਾਂ ਦੀ ਕੋਈ ਅੱਗੇ ਪਹੁੰਚ ਹੋਵੇ ਸਿਚੁਏਸ਼ਨ ਤੇ। ਹੋਇਆ ਕੀ ਹੈ, ਜਦੋਂ ਤੋਂ ਇਹਨਾਂ ਦੀ ਕੋਰ ਕਮੇਟੀ ਸੋ ਕਾਲਡ, ਪਹਿਲਾਂ PAC ਹੁੰਦੀ ਸੀ, ਪੋਲੀਟੀਕਲ ਅਫੇਅਰਸ ਕਮੇਟੀ, ਜਦੋਂ ਉਹਨਾਂ ਨੇ ਪਾਰਟੀ ਪ੍ਰਧਾਨ ਨੂੰ ਆਥੋਰਾਈਜ਼ ਕਰਨਾ ਸ਼ੁਰੂ ਕਰਤਾ ਟਿਕਟਾਂ ਵੰਡਣ ਵਾਸਤੇ, ਥੱਲੇ ਜ਼ਿਲ੍ਹੇ ਦੀ ਪਾਵਰ ਸਾਰੀ ਖਤਮ ਹੋ ਗਈ। ਹਰ ਇਲੈਕਸ਼ਨ, ਅਸੈਂਬਲੀ ਹੋਵੇ, SGPC ਹੋਵੇ, ਇੱਕ ਲਾਈਨ ਦਾ ਰੈਜ਼ੋਲੂਸ਼ਨ ਪਾਸ ਹੋ ਜਾਂਦਾ ਸੀਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਉਸ ਤੋਂ ਬਾਅਦ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਨੂੰ ਆਥੋਰਾਈਜ਼ ਕੀਤਾ ਜਾਂਦਾ ਜੀ। ਸਿਸਟਮ ਉਸ ਤੋਂ ਬਾਅਦ ਖਤਮ। ਨਾ ਕਿਸੇ ਨੇ ਥੱਲੇ ਰਿਕਮੈਂਡ ਕਰਨਾ ਹੈ ਤੇ ਨਾ ਉਹਦੀ ਕੋਈ ਪਾਵਰ ਹੋਣੀ ਹੈ। ਉਸ ਪ੍ਰੋਸੈਸ ਹੌਲੀ ਹੌਲੀ ਪਾਰਟੀ ਦੀ ਥੱਲੇ ਜਿਹੜੀ
ਗ੍ਰਾਸ ਰੂਟ ਸਿਸਟਮ ਸੀ ਉਹ ਖਤਮ ਹੋ ਗਿਆ। ਜੀ ਸੋ ਟੋਟਲ ਫੰਕਸ਼ਨਿੰਗ ਰਿਵਾਈਵ ਕਰਨ ਦੀ ਲੋੜ ਹੈਗੀ ਹੈ, ਤੇ ਪਾਰਟੀ ਰਿਵਾਈਵ ਕਰਨ ਵਾਸਤੇ ਉੱਪਰੋਂ ਨਹੀਂ, ਇਹ ਥੱਲਿਓਂ ਗ੍ਰਾਸ ਰੂਟ ਤੋਂ ਸਿਸਟਮ ਰਿਵਾਈਵ ਹੋਵੇ ਤਾਂ ਗੱਲ ਬਣੇਗੀ। ਇਹ ਜਿਹੜਾ ਮੈਨੇਜਮੈਂਟ ਦਾ ਤਰੀਕਾ ਆਇਆ ਸੀ ਨਾ ਬਈ CEO ਕੰਪਨੀ ਚਲਾ ਰਿਹਾ, ਉਹ ਤਾਂ ਫੇਲ ਹੋ ਚੁੱਕਿਆ, ਜੀ ਸਭ ਦੇ ਸਾਹਮਣੇ ਹੈ। ਸੀਟਾਂ ਜੇ 3 ਰਹਿ ਗਈਆਂ ਤੇ ਉਹ ਪੁਰਾਣੇ ਸਿਸਟਮ ਨਾਲ ਪਾਰਟੀ ਨਹੀਂ ਚੱਲ ਸਕਦੀ। ਪਾਰਟੀ ਨੂੰ ਗ੍ਰਾਸ ਰੂਟ ਤੋਂ ਚੇਂਜ ਸਾਰਾ ਕੁਝ ਕਰਨਾ ਪੈਣਾ। ਖਬਰਾਂ ਹੋਰ ਵੀ ਨੇ ਲੇਕਿਨ ਸਮੇਂ ਦੀ ਸੀਮਾ ਹੈ, ਵਿਰਾਮ ਦਿੰਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ।